ਸਾਹਿਬ ਜੀ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾੜੀ ਜੀਓ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮ ਰਾਜਸ ਮਨ ਭਾਵੈ। ਅੱਲਾਹ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਕਾਜੀ ਬੋਲਿਆ ਬਨ ਨਹੀਂ ਆਵੈ। ਰਹਾਉ ਰੋਜਾ ਧਰੈ ਨਿਵਾਜ ਗੁਜ਼ਾਰੈ। ਕਲਮਾ ਪਿਸਤ ਨ ਹੋਈ। ਸਤਰ ਕਾਬਾ ਘਟ ਹੀ ਭੀਤਰ, ਜੇ ਕਰ ਜਾਣੈ ਕੋਈ। ਨਿਵਾਜ ਸੋਈ ਜੋ ਨਿਆਉ ਵਿਚਾਰੈ। ਕਲਮਾ ਅਕਲਹਿ ਜਾਣੈ। ਪਾਚੋਂ ਮੁਸੱਲਾ ਵਿਛਾਵੈ। ਤਬ ਤੋ ਦੀਨ ਪਛਾਨੈ। ਖਸਮ ਪਛਾਨ ਤਰਸ ਕਰ ਜੀ ਮਹਿ। ਮਾਰ ਮਣੀ ਕਰ ਫਿਕੀ। ਆਪ ਜਨਾਏ ਅਵਰ ਨਹੀਂ ਜਾਣੈ। ਤਬ ਹੋਏ ਪਿਸਤ ਸਰੀਕੀ। ਆਪ ਜਨਾਏ ਅਵਰ ਕੋ ਜਾਣੈ। ਤਬ ਹੋਏ ਪਿਸਤ ਸਰੀਕੀ। ਮਾਟੀ ਏਕ ਏਕ ਧਰ ਨਾਨਾ। ਤਾ ਮਹਿ ਬ੍ਰਹਮ ਪਛਾਨਾ। ਕਹਿ ਕਬੀਰਾ ਪਿਸਤ ਛੋੜ ਕਰ। ਦੋਜਕ ਸਿਉ ਮਨ ਮਾਨਾ। ਮਾਟੀ ਏਕ ਏਕ ਧਰ ਨਾਨਾ। ਤਾ ਮੈਂ ਬ੍ਰਹਮ ਪਛਾਨਾ। ਕਹਿ ਕਬੀਰਾ ਪਿਸਤ ਛੋੜ ਕਰ। ਦੋਜਕ ਸਿਉ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਮੁਕੱਦਸ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਭਗਤਾਂ ਦੀ ਬਾਣੀ ਦੀ ਲੜੀਵਾਰ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ। ਅੱਜ ਭਗਤਾਂ ਦੀ ਬਾਣੀ ਦਾ ਆਸਾ ਰਾਗ ਦਾ 17ਵਾਂ ਸ਼ਬਦ, ਜਿਸ ਦੀ ਅੱਜ ਵਿਚਾਰ ਕਰਨੀ ਹੈ, ਪਾਵਨ ਅੰਕ 480 ਦੇ ਉੱਤੇ। ਇਹ ਦਰਗਾਹੀ ਬੋਲ ਇਲਾਹੀ ਵਚਨ ਦਰਜ ਹਨ, ਜਿਸ ਸ਼ਬਦ ਦੇ ਰਾਹੀਂ ਮਨੁੱਖ ਦੀ ਕਹਿਣੀ ਅਤੇ ਕਥਨੀ ਦੀ ਵਿਚਾਰਧਾਰਾ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਕਈ ਵਾਰੀ ਮਨੁੱਖ ਕਥਨੀ ਕੁਛ ਹੋਰ ਹੁੰਦੀ ਹੈ ਅਤੇ ਕਹਿਣੀ ਕੁਛ ਹੋਰ ਹੁੰਦੀ ਹੈ। ਅਤੇ ਭਗਤ ਕਬੀਰ ਸਾਹਿਬ ਜੀ ਇੱਕ ਗੱਲ ਸਮਝਾਉਣਾ ਚਾਹੁੰਦੇ ਨੇ, ਕੇਵਲ ਜ਼ਮਾਨੀ ਗੱਲਾਂ ਕਰਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਅਤੇ ਜਿਹੜੇ ਸਵਰਗ ਦੀਆਂ ਤੂੰ ਗੱਲਾਂ ਕਰਦਾ ਹੈ, ਉਹ ਸਵਰਗ, ਉਹ ਭਿਸ਼ਟ ਗੱਲਾਂ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਕਿਉਂਕਿ ਆਮ ਇਹ ਗੱਲਾਂ ਪ੍ਰਚਾਰੀਆਂ ਜਾਂਦੀਆਂ ਸਨ ਕਿ ਜਦੋਂ ਤੁਸੀਂ ਸੰਸਾਰ ਤੋਂ ਜਾਵੋਗੇ, ਤੁਹਾਨੂੰ ਕਬਰ ਦੇ ਵਿੱਚ ਦਫਨਾ ਦਿੱਤਾ ਜਾਣਾ ਹੈ, ਅਤੇ ਇੱਕ ਦਿਨ ਕਿਆਮਤ ਦਾ ਦਿਨ ਆਵੇਗਾ, ਜਿਸ ਦਿਨ ਮੁਹੰਮਦ ਸਾਹਿਬ ਨੇ ਤੁਹਾਨੂੰ ਕਬਰ 'ਚੋਂ ਉਠਾਲ ਕੇ ਤੁਹਾਨੂੰ ਪਿਸ਼ਤ ਦੇ ਵਿੱਚ ਭੇਜ ਦੇਣਾ ਹੈ, ਜੇ ਤੁਸੀਂ ਉਹਨਾਂ ਦੇ ਧਰਮ ਦੇ ਵਿੱਚ ਰਹੋਗੇ, ਮੁਹੰਮਦ ਸਾਹਿਬ ਦੀ ਗੱਲਾਂ ਨੂੰ ਮੰਨੋਗੇ। ਅਤੇ ਕਬੀਰ ਸਾਹਿਬ ਕਹਿੰਦੇ ਕੇਵਲ ਗੱਲਾਂ ਕਰਨ ਦੇ ਨਾਲ ਗੱਲੀ ਬਾਤੀ ਪਿਸ਼ਤ ਨਹੀਂ ਮਿਲਣਾ, ਜਿੰਨਾ ਚਿਰ ਅਸੀਂ ਜੀਵਨ ਕਿਰਦਾਰ ਨੂੰ ਕੱਢ ਨਹੀਂ ਲੈਂਦੇ। ਆਓ, ਬੜੇ ਪਿਆਰੇ ਬਚਨ ਨੇ, ਇਹਨਾਂ ਦੀ ਵਿਚਾਰ ਕਰਾਂਗੇ। ਸਤਿਗੁਰਾਂ ਦੇ ਚਰਨਾਂ 'ਚ ਸਾਰੀਆਂ ਸੰਗਤਾਂ ਆਪਣੇ ਅਕੀਦੇ ਨੂੰ ਭੇਟ ਕਰਦੇ ਹੋਏ ਗੁਰੂ ਮਹਾਰਾਜ ਜੀ ਨੂੰ ਝੁਕਾਓ ਸੀਸ, ਅਸੀਸਾਂ ਬਖਸ਼ੋ, ਕੁਝ ਕਹਿ ਸਕੀਏ, ਵਿਚਾਰਾਂ ਕਰ ਸਕੀਏ। ਗੁਰਮੰਤਰ ਦੀ ਸਾਂਝ ਕਰੋ, ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ, ਸਤਿਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵਿੱਚ ਮਨੁੱਖ ਜਿਤਨਾ ਬੋਲਦਾ ਹੈ, ਕਹਿੰਦਾ ਹੈ, ਗੱਲਾਂ ਕਰਦਾ ਹੈ, ਜੇ ਇਹ ਸਾਰੇ ਕੰਮ ਮਨੁੱਖ ਨੂੰ ਕਰਨੇ ਪੈਣ ਅਤੇ ਮਨੁੱਖ ਜਿਤਨਾ ਬੋਲਦਾ ਉਹ ਬੋਲਣਾ ਬੰਦ ਕਰ ਦੇਵੇ। ਕਿਉਂਕਿ ਮਨੁੱਖ ਨੂੰ ਪਤਾ ਹੈ ਵੀ ਜੋ ਮੈਂ ਬੋਲ ਰਿਹਾ ਕਰਨਾ ਥੋੜ੍ਹੀ ਹੈ। ਜਿਹੜੀ ਮਰਜ਼ੀ ਗੱਲ ਕਰੀ ਜਾਓ, ਜਿਹੜੀ ਮਰਜ਼ੀ ਗੱਲ ਬੋਲੀ ਜਾਓ, ਬੋਲਣਾ ਹੀ ਹੈ, ਕਰਨਾ ਕੁਛ ਨਹੀਂ। ਅਤੇ ਕਬੀਰ ਸਾਹਿਬ ਕਹਿੰਦੇ ਕੇਵਲ ਜ਼ਮਾਨੀ ਗੱਲਾਂ ਕਰਨੀਆਂ, ਇਹ ਗੱਲਾਂ ਹੈ ਕਾਜੀ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੀਆਂ। ਜ਼ਮਾਨੀ ਗੱਲਾਂ ਤੁਹਾਡੇ ਮੁਖਾਰਬਿੰਦ ਤੋਂ ਫੱਬਦੀਆਂ ਨਹੀਂ ਹਨ। ਕਿਉਂਕਿ ਜੇ ਮਨੁੱਖ ਜ਼ਬਾਨ ਤੋਂ ਬੋਲੀ ਜਾਏ ਅਤੇ ਇਸਨੂੰ ਕਮਾਵੇ ਨਾ,
ਤਾਂ ਕਈ ਵਾਰੀ ਆਮ ਮਨੁੱਖ ਕਹਿ ਦਿੰਦੇ ਨੇ ਬਸ ਇਹ ਗੱਲਾਂ ਹੀ ਕਰਦਾ ਹੈ। ਜੀਵਨ ਦੇ ਵਿੱਚ ਤਾਂ ਇਹ ਗੱਲ ਹੈ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਸ਼ਬਦ ਦੇ ਰਾਹੀਂ ਵਿਚਾਰ ਬਖਸ਼ੇ। ਆਖਣ ਲੱਗੇ, ਕਾਜੀ ਬੋਲਿਆ ਬੰਦ ਨਹੀਂ ਆਵੇ। ਹੇ ਕਾਜੀ, ਤੇਰੀ ਜਵਾਨੀ ਗੱਲਾਂ ਫਬਦੀਆਂ ਨਹੀਂ ਹਨ। ਉਹ ਗੱਲ ਰੱਬ ਦੇ ਦਰ 'ਤੇ ਪ੍ਰਵਾਨ ਨਹੀਂ ਹੁੰਦੀ। ਤੇਰੀ ਬੋਲੀ ਹੋਈ ਗੱਲ ਜਵਾਨੀ ਜਿਹੜੀ ਹੈ ਉਹ ਤੈਨੂੰ ਫਬਦੀ ਨਹੀਂ ਹੈ। ਕਿਉਂ ਕਹਿ ਰਹੇ ਨੇ ਭਗਤ ਕਬੀਰ ਸਾਹਿਬ ਜੀ? ਕਿਉਂਕਿ ਮਨੁੱਖ ਨੂੰ ਤੁਸੀਂ ਵੇਖੋਗੇ ਉਹ ਦਿਨ ਰਾਤ ਧਰਮ ਕਰਮ ਦੀਆਂ ਗੱਲਾਂ ਕਰਦਾ ਹੈ, ਪਰ ਜੀਵਨ ਦੇ ਵਿੱਚ ਧਰਮ ਦਾ ਕਿਨਕਾ ਮਾਤਰ ਵੀ ਗਿਆਨ ਆਪਣੇ ਜੀਵਨ 'ਚ ਕਮਾਉਂਦਾ ਨਹੀਂ ਹੈ। ਇੱਥੇ ਤਾਂ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਕਥਤਾ ਵਗਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਜਿਹੜਾ ਕਥਨ ਕਰ ਰਿਹਾ ਹੈ, ਬੋਲ ਰਿਹਾ ਹੈ, ਸੁਣ ਰਿਹਾ ਹੈ, ਇਹ ਸਾਰੀਆਂ ਗੱਲਾਂ ਦਾ ਤਾਰ ਲਾਭ ਹੈ। ਜੇ ਕੋਈ ਮਨੁੱਖ ਆਪਣੇ ਆਪੇ ਦੀ ਵਿਚਾਰ ਕਰੇ, ਉਹੀ ਗਿਆਨਵਾਨ ਹੈ। ਉਸਦੀ ਹੀ ਡੂੰਘੀ ਸਾਂਝ ਪ੍ਰਭੂ ਦੇ ਚਰਨਾਂ ਨਾਲ ਬਣਦੀ ਹੈ, ਜਿਹੜਾ ਆਪੇ ਦੀ ਵਿਚਾਰ ਕਰਦਾ ਹੈ। ਕਿਉਂਕਿ ਗੱਲੀ ਜੋਗ ਨਾ ਪਾਈ, ਗੱਲਾਂ ਦੇ ਨਾਲ ਜੋਗ ਨਹੀਂ ਮਿਲਦਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚੋਂ ਇੱਥੇ ਤੱਕ ਆਖਿਆ ਗਿਆ, ਕਹਿੰਦੇ ਗਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸਦਾ ਕਾਲੀਆਂ, ਬਾਹਰ ਚਿਟਵੀਆਂ। ਮਰ ਕਹਿੰਦੇ ਤੇਰੀਆਂ ਗੱਲਾਂ ਬੜੀਆਂ ਚੰਗੀਆਂ, ਪਰ ਤੇਰਾ ਆਚਰਨ, ਤੇਰਾ ਕਰੈਕਟਰ, ਤੇਰਾ ਜੀਵਨ ਉਹ ਚੰਗਾ ਨਹੀਂ। ਆਚਰਨ ਮਾੜਾ ਹੈ, ਗੱਲਾਂ ਚੰਗੀਆਂ ਨੇ। ਗਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸਦਾ ਕਾਲੀਆਂ, ਬਾਹਰ ਚਿਟਵੀਆਂ। ਮਨੋ ਤੂੰ ਕਾਲਖ ਲਈ ਫਿਰਦਾ ਅਤੇ ਬਾਹਰ ਧਾਰਮਿਕ ਲੱਗਦਾ, ਬੜਾ ਪਵਿੱਤਰ ਲੱਗਦਾ, ਚਿੱਟਾ ਲੱਗਦਾ ਹੈ। ਐਸੀ ਹਾਲਤ ਨੂੰ ਗੁਰੂ ਨਾਨਕ ਪਾਤਸ਼ਾਹ ਜਦੋਂ ਸੱਜਣ ਜੀ ਨੂੰ ਉਪਦੇਸ਼ ਕਰਦੇ, ਉੱਥੇ ਵੀ ਕਹਿੰਦੇ ਨੇ, ਬੱਗਾ ਬੱਗੇ ਕੱਪੜੇ, ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਨੇ, ਬੱਗੇ ਨਾ ਕਹੀਆਂ। ਵੀ ਕੋਈ ਬਗਲਾ ਮਾਨ ਸਰੋਵਰ 'ਤੇ ਜਾ ਕੇ ਵੀ ਬੈਠ ਜਾਏ ਤੇ ਉਹ ਹੰਸ ਨਹੀਂ ਹੋ ਸਕਦਾ। ਭਾਵੇਂ ਦੇਖਣ ਨੂੰ ਹੰਸ ਵੀ ਚਿੱਟਾ ਹੁੰਦਾ ਅਤੇ ਬਗਲਾ ਵੀ ਚਿੱਟਾ ਹੁੰਦਾ। ਇਸ ਕਰਕੇ ਕੋਈ ਧਰਮ ਦੀਆਂ ਗੱਲਾਂ ਕਰੇ ਤੇ ਜ਼ਰੂਰੀ ਨਹੀਂ ਉਹ ਧਾਰਮਿਕ ਹੋ ਗਿਆ ਹੈ। ਉਸਦਾ ਜੀਵਨ ਧਰਮ ਦੇ ਮੁਤਾਬਿਕ ਉਸਨੇ ਢਾਲ ਲਿਆ ਹੈ। ਕਿਉਂਕਿ ਧਰਮ ਦੀ ਸਾਧਨਾ ਜਿਹੜੀ ਹੈ ਉਹ ਬੜੀ ਔਖੀ ਹੈ। ਇਸ ਕਰਕੇ ਹੀ ਬਾਬਾ ਫਰੀਦ ਜੀ ਆਖਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਆਪਣੇ ਅੰਦਰ ਝਾਤ ਮਾਰ ਕੇ ਵੇਖ, ਤੂੰ ਕਰ ਕੀ ਰਿਹਾ। ਗੱਲਾਂ ਧਾਰਮਿਕ ਕਰਦਾ ਚੰਗੀਆਂ ਨੇ, ਪਰ ਕਿ ਉਹਨਾਂ ਗੱਲਾਂ ਨੂੰ ਆਪਣੇ ਜੀਵਨ 'ਚ ਕਮਾ ਰਿਹਾ ਹੈ। ਇੱਥੇ ਵੀ ਆਖ ਰਹੇ ਨੇ ਕਿ ਕਾਜੀ ਬੋਲਿਆ ਬੰਦ ਨਹੀਂ ਆਵੇ। ਹੇ ਕਾਜੀ ਜੀ, ਔਰ ਜੇ ਕਾਜੀ ਅੱਖਰ ਕਰਕੇ ਸੰਬੋਧਨ ਕਰ ਰਹੇ ਨੇ ਤੇ ਇੱਥੇ ਸਾਰੇ ਧਾਰਮਿਕ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ, ਜਿਹੜੇ ਆਪਣੇ ਆਪ ਨੂੰ ਧਾਰਮਿਕ ਮੰਨਦੇ ਨੇ। ਭਾਵੇਂ ਕੋਈ ਗਿਆਨੀ ਹੋਵੇ, ਭਾਵੇਂ ਕੋਈ ਰਾਗੀ ਹੋਵੇ, ਭਾਵੇਂ ਕੋਈ ਸੇਵਾਦਾਰ ਹੋਵੇ, ਭਾਵੇਂ ਕੋਈ ਪਾਠ ਕਰਨ ਵਾਲਾ ਹੋਵੇ, ਭਾਵੇਂ ਕੋਈ ਪੰਡਤ ਹੋਵੇ, ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਤੇ ਉਸ ਧਾਰਮਿਕ ਮਨੁੱਖ ਨੂੰ ਸੰਬੋਧਨ ਹੈ। ਜਿਹੜਾ ਆਪਣੇ ਆਪ ਨੂੰ ਕਹਿੰਦਾ ਮੈਂ ਧਾਰਮਿਕ ਹਾਂ, ਮੈਂ ਧਰਮ ਨੂੰ ਮੰਨਦਾ ਹਾਂ। ਗੁਸਤਾਖੀ ਮਾਫ਼ ਕਰਨਾ, ਧਾਰਮਿਕ ਕਹਿਣਾ ਆਪਣੇ ਆਪ ਨੂੰ ਅਖਵਾਉਣਾ ਸੁੱਖ ਹੈ, ਪਰ ਬੜਾ ਔਖਾ ਹੈ ਧਾਰਮਿਕ ਬਣ ਜਾਣਾ।
ਧਾਰਮਿਕ ਹੋ ਜਾਣਾ। ਕਿਉਂਕਿ ਧਾਰਮਿਕ ਅਖਵਾਉਣ ਦੇ ਵਿੱਚ ਕੋਈ ਟੈਕਸ ਨਹੀਂ ਲੱਗਦਾ। ਕੋਈ ਵੀ ਬੰਦਾ ਆਪਣੇ ਆਪ ਨੂੰ ਧਾਰਮਿਕ ਅਖਵਾ ਸਕਦਾ ਹੈ, ਪਰ ਜਿਤਨਾ ਅਖਵਾਨਾ ਸੌਖਾ ਹੈ ਉਤਨਾ ਧਾਰਮਿਕ ਬਣਨਾ ਔਖਾ ਹੈ। ਇੱਕ ਥਾਂ ਕਿਸੇ ਮਨੁੱਖ ਨੇ ਆਪਣਾ ਧਾਰਮਿਕ ਨਾਮ ਰਖਾਇਆ ਸੀ, ਆਪਣੇ ਆਪ ਨੂੰ ਸੰਤ 1008 ਕਹਿੰਦਾ ਸੀ। ਮੈਂ ਕਿਸੇ ਸੰਤ ਦੀ ਨਿੰਦਾ ਨਹੀਂ ਕਰ ਰਿਹਾ, ਪਰ ਹੈਰਾਨੀ ਦੀ ਗੱਲ ਹੋਈ ਕਿ ਜਦੋਂ ਪੋਸਟਰ ਛਪੇ, ਉਸਨੇ ਲੋਕਾਂ ਨੂੰ ਉਪਦੇਸ਼ ਕਰਨ ਵਾਸਤੇ ਆਉਣਾ ਸੀ। ਪੁਰਾਤਨ ਸਮੇਂ ਦੀ ਬਾਤ ਹੈ, ਅਤੇ ਉਹ ਪੋਸਟਰ ਦੇਖ ਕੇ ਤਪ ਗਿਆ। ਕਹਿਣ ਲੱਗਾ, ਮੇਰੇ ਨਾਮ ਦੇ ਅੱਗੇ 1008 ਕਿੱਥੇ ਹੈ? ਮਨੁੱਖ ਬਾਹਰੀ ਤੌਰ ਤੋਂ ਆਪਣੇ ਆਪ ਨੂੰ ਧਾਰਮਿਕ ਕਰਨ ਦੇ ਯਤਨ 'ਚ ਲੱਗਿਆ ਹੋਇਆ ਹੈ ਕਿ ਜੋ ਪਦ ਪਦਵੀਆਂ ਮੇਰੇ ਨਾਲ ਲੱਗੀਆਂ ਨੇ ਉਹਨਾਂ ਤੋਂ ਪਤਾ ਲੱਗੇ ਵੀ ਮੈਂ ਕਿੰਨਾ ਧਾਰਮਿਕ ਹਾਂ। ਕੋਈ ਕਹਿੰਦਾ ਮੈਂ 108 ਹਾਂ, ਕੋਈ ਕਹਿੰਦਾ ਮੈਂ 1008 ਹਾਂ, ਕੋਈ ਕਿਸੇ ਹੋਰ ਦੇ ਨਾਮ ਦੇ ਨਾਲ ਅਤੇ ਜਦੋਂ ਉਸਨੇ ਪੋਸਟਰ ਵੇਖਿਆ ਤਪਿਆ ਹੋਇਆ ਸੀ, ਕਿਸੇ ਨੇ ਪੁੱਛਿਆ, ਸੰਤ ਜੀ ਕੀ ਗੱਲ? ਕਹਿੰਦੇ ਪੋਸਟਰ ਛਾਪਣ ਵਾਲਿਆਂ ਨੂੰ ਅਕਲ ਨਹੀਂ ਵੀ ਜੀ ਮੇਰੇ ਨਾਮ ਦੇ ਅੱਗੇ 1008 ਲੱਗਦਾ ਹੈ ਅਤੇ ਕਿਉਂ ਨਹੀਂ ਲਾਇਆ? ਅਤੇ ਉਹ ਕੋਈ ਸਿਆਣਾ ਬੰਦਾ ਸੀ, ਕਹਿਣ ਲੱਗਾ, ਸੰਤ ਜੀ ਲਿਖਵਾ ਦਿੰਦੇ, ਇੱਕ ਗੱਲ ਦੱਸੋ 1008 ਦਾ ਮਤਲਬ ਕੀ ਹੈ? 1008 ਦਾ ਸੰਬੰਧ ਕੀ ਹੈ ਤੁਹਾਡੇ ਨਾਲ? ਕਿਹੜੀ ਉਪਾਧੀ ਤੁਸੀਂ ਹਾਸਲ ਕੀਤੀ ਹੈ ਜਿਸ ਦੇ ਨਾਲ ਤੁਸੀਂ 1008 ਲਿਖਵਾ ਰਹੇ ਹੋ? ਦੋ ਚਾਰ ਜਦੋਂ ਸਵਾਲ ਕੀਤੇ ਨਾ, ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਕਿਉਂ ਕਈ ਵਾਰੀ ਤਾਂ ਜਿਹੜੇ ਚੇਲੇ ਚੁੱਲੇ ਹੁੰਦੇ ਨੇ ਉਹੀ ਕਹਿ ਕੁਵਾ ਕੇ ਜੋ ਕਰਾ ਦਿੰਦੇ ਨੇ, ਉਹਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਚੱਲ ਰਿਹਾ। ਇਸ ਕਰਕੇ ਕਈ ਵਾਰੀ ਮਨੁੱਖ ਬਾਹਰੋਂ ਧਾਰਮਿਕ ਹੋਣ ਦਾ ਢੰਡੋਰਾ ਪਿੱਟਦਾ ਹੈ, ਧਰਮ ਦੀਆਂ ਗੱਲਾਂ ਕਰਦਾ, ਪਰ ਕਬੀਰ ਸਾਹਿਬ ਕਹਿੰਦੇ ਤੇਰੀਆਂ ਜਵਾਨੀ ਗੱਲਾਂ ਜਿਹੜੀਆਂ ਉਹ ਫਬਦੀਆਂ ਨਹੀਂ, ਗੱਲਾਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ। ਫਿਰ ਗੱਲ ਨੂੰ ਯਾਦ ਰੱਖਿਓ ਗੁਰਸਿੱਖੋ, ਜੇ ਆਪਾਂ ਕੇਵਲ ਰੱਬ ਦੀਆਂ ਗੱਲਾਂ ਕਰਾਂਗੇ ਤੇ ਕੇਵਲ ਗੱਲਾਂ ਦੇ ਨਾਲ ਪ੍ਰਾਪਤੀ ਨਹੀਂ ਹੈ। ਜਦੋਂ ਤੱਕ ਕੀਤੀਆਂ ਹੋਈਆਂ ਗੱਲਾਂ, ਧਰਮ ਦੀਆਂ ਕੀਤੀਆਂ ਹੋਈਆਂ ਵਿਚਾਰ ਚਰਚਾ ਨੂੰ ਆਪਣੇ ਅੰਦਰ ਉਸ ਨੂੰ ਵਸਾਵਾਂਗੇ ਨਹੀਂ। ਜਿਹੜਾ ਧਰਮ ਹੈ ਨਾ, ਧਰਮ ਸਾਨੂੰ ਜੀਵਨ ਜੀਉਣ ਦੀ ਜਾਚ ਬਖਸ਼ਦਾ ਹੈ। ਧਰਮ ਸਾਨੂੰ ਕੁਝ ਧਾਰਨ ਕਰਨ ਵਾਸਤੇ ਕਹਿੰਦਾ ਕਿ ਜੀਵਨ 'ਚ ਕੁਝ ਟਿਕਾ ਲੈ। ਧਰਮ ਇਹ ਨਹੀਂ ਕਹਿੰਦਾ ਤੂੰ ਗੱਲਾਂ ਕਰੀ ਜਾ। ਧਰਮ ਇਹ ਨਹੀਂ ਕਹਿੰਦਾ ਕਿ ਤੂੰ ਵੱਡਾ ਵੱਡਾ ਕਹੀ ਜਾ। ਇਸ ਕਰਕੇ ਉਹਨਾਂ ਨੂੰ ਬੜਾ ਸਪਸ਼ਟ ਜਵਾਬ ਸੀ, ਜਿਹੜੇ ਲੋਕ ਕੇਵਲ ਰੱਬ ਰੱਬ ਕਹਿੰਦੇ ਸਨ। ਤਾਂ ਹੀ ਗੁਰੂ ਮਹਾਰਾਜ ਨੇ ਆਖਿਆ ਕਿ ਰਾਮ ਰਾਮ ਸਭ ਕੋ ਕਹਿ ਰਾਮ ਨਾ ਹੋਏ। ਰਾਮ ਰਾਮ ਤਾਂ ਸਾਰਾ ਸੰਸਾਰ ਕਰ ਰਿਹਾ, ਪਰ ਕਦੇ ਕਹਿਣ ਦੇ ਨਾਲ ਰਾਮ ਦਾ ਰੂਪ ਥੋੜ੍ਹੀ ਹੋਇਆ ਜਾ ਸਕਦਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਸਦੋਂ ਕਹਿੰਦੇ ਰਾਮ ਰਾਮ ਕਰਦਾ ਸਾਰਾ ਜਗਤ ਫਿਰ ਰਿਹਾ, ਪਰ ਕੇਵਲ ਕਹਿਣ ਦੇ ਨਾਲ ਰੱਬ ਥੋੜ੍ਹੀ ਮਿਲਦਾ, ਰਾਮ ਥੋੜ੍ਹੀ ਮਿਲਦਾ। ਰੱਬ ਤਾਂ ਮਿਲਦਾ ਹੀ ਉਦੋਂ ਜਦੋਂ ਰੱਬ ਦੇ ਗੁਣਾਂ ਨੂੰ ਜੀਵਨ 'ਚ ਧਾਰਨ ਕਰ ਲਈਏ। ਇਸ ਕਰਕੇ ਜਿਹੜੀ ਜਮਾਨੀ ਗੱਲਾਂ ਨੇ, ਜਮਾਲੀ ਰੱਬ ਦਾ ਨਾਮ ਜਪਣਾ ਹੈ, ਜਮਾਨੀ ਬਾਹਰ ਦਾ ਪਾਠ ਪੂਜਾ ਧਰਮ ਕਰਮ ਮਨੁੱਖ ਕਰ ਰਿਹਾ ਹੈ, ਅਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਇਹ ਗੱਲਾਂ ਫਿਰ ਫਬਦੀਆਂ ਨਹੀਂ, ਤੇਰੀਆਂ ਗੱਲਾਂ ਪ੍ਰਵਾਨ ਨਹੀਂ ਹਨ। ਪਹਿਲੇ ਬੰਦ ਵਿੱਚ ਭਗਤ ਕਬੀਰ ਸਾਹਿਬ ਆਖਣ ਲੱਗੇ, ਆਸਾ ਹਮ ਮਸਕੀਨ ਖੁਦਾਈ ਬੰਦੇ। ਹੇ ਕਾਜੀ, ਅਸੀਂ ਤਾਂ ਆਜਿਜ਼ ਲੋਕ ਹਾਂ। ਮਸਕੀਨ ਦਾ ਅਰਥ ਹੁੰਦਾ ਆਜਿਜ਼, ਨਿਮਾਣਾ, ਨਿਤਾਣਾ। ਆਖਣ ਲੱਗੇ ਭਗਤ ਕਬੀਰ ਸਾਹਿਬ, ਹੇ ਕਾਜੀ ਸਾਹਿਬ, ਅਸੀਂ ਤਾਂ ਆਜਿਜ਼ ਲੋਕ ਹਾਂ, ਨਿਮਾਣੇ ਜਿਹੇ ਬੰਦੇ ਹਾਂ।
ਪਰ ਹਾਂ ਕਿ ਖੁਦਾਈ ਬੰਦੇ, ਪਰ ਅਸੀਂ ਵੀ ਰੱਬ ਦੇ ਪੈਦਾ ਕੀਤੇ ਹੋਏ ਹਾਂ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਅਸੀਂ ਨਿਮਾਣੇ ਜਿਹੇ ਬੰਦੇ ਹਾਂ, ਆਜਿਜ਼ ਬੰਦੇ ਹਾਂ, ਮਸਕੀਨ ਬੰਦੇ ਹਾਂ, ਪਰ ਸਾਨੂੰ ਵੀ ਖੁਦਾ ਨੇ ਪੈਦਾ ਕੀਤਾ ਹੋਇਆ, ਅਸੀਂ ਵੀ ਖੁਦਾ ਦੇ ਪੈਦੇ ਕੀਤੇ ਹੋਏ ਨੇ। ਤੇ ਤੁਮ ਰਾਜਸ ਮਨ ਭਾਵੈ, ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲੱਗਦੀ ਹੈ। ਕਿਉਂਕਿ ਹਕੂਮਤ ਜਦੋਂ ਇਸਲਾਮੀ ਰਾਜ ਸੀ, ਜਿਵੇਂ ਅੱਜ ਅਸੀਂ ਦੇਖਦੇ ਹਾਂ ਕਿ ਜੱਜ ਦੀ ਬਹੁਤ ਵੱਡੀ ਪਾਵਰ ਹੁੰਦੀ ਹੈ, ਇਸਲਾਮੀ ਰਾਜ ਦਾ ਜੋ ਜੱਜ ਸੀ ਉਹ ਕਾਜ਼ੀ ਹੋਇਆ ਕਰਦਾ ਸੀ। ਕਾਜ਼ੀ ਫਤਵੇ ਦਿੰਦਾ ਸੀ, ਕਾਜ਼ੀ ਸਜ਼ਾ ਸੁਣਾਉਂਦਾ ਸੀ, ਕਾਜ਼ੀ ਹੀ ਲੋਕਾਂ ਦੇ ਗੱਲਾਂ ਨੂੰ ਸੁਣ ਕੇ ਫੈਸਲੇ ਦਿੰਦਾ ਸੀ। ਇਸ ਕਰਕੇ ਗੁਰੂ ਸਾਹਿਬ ਨੇ ਬਾਣੀ 'ਚ ਲਿਖਿਆ ਵੀ ਕਾਜ਼ੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਏ। ਕਾਜ਼ੀ ਲੋਕ ਰਿਸ਼ਵਤੀ ਹੋ ਗਏ ਸਨ, ਜਿਹੜਾ ਰਿਸ਼ਵਤ ਦੇ ਦਿੰਦਾ ਸੀ ਉਹਦੇ ਹੱਕ 'ਚ ਫੈਸਲਾ ਕਰ ਦਿੰਦੇ ਸਨ। ਜਿਹੜਾ ਸੱਚਾ ਹੁੰਦਾ ਸੀ ਉਹਨੂੰ ਸਜ਼ਾ ਦੇ ਦਿੰਦੇ ਸਨ, ਜਿਹੜਾ ਝੂਠਾ ਹੁੰਦਾ ਸੀ ਉਹਨੂੰ ਬੇਗੁਨਾਹ ਸਾਬਤ ਕਰ ਦਿੰਦੇ ਸਨ ਵੀ ਤੇਰਾ ਕੋਈ ਗੁਨਾਹ ਨਹੀਂ, ਕਿਉਂਕਿ ਰਿਸ਼ਵਤ ਉਹਨਾਂ ਦੇ ਕੋਲ ਆ ਗਈ। ਅੱਜ ਵੀ ਇਹ ਚੱਲਦਾ, ਤੁਹਾਡੇ ਕੋਲ ਪੈਸਾ ਹੈ, ਰਿਸ਼ਵਤ ਹੈ, ਤੁਸੀਂ ਜਿੰਨਾ ਮਰਜ਼ੀ ਵੱਡਾ ਗੁਨਾਹ ਕੀਤਾ ਹੋਵੇ ਤਾਂ ਤੁਹਾਨੂੰ ਕੋਈ ਸਜ਼ਾ ਨਹੀਂ। ਕਿਉਂਕਿ ਅਸੀਂ ਦੇਖਦੇ ਹਾਂ ਬਹੁਤਾਤ ਵਿੱਚ ਜਿਹੜਾ ਇਹ ਰਾਜਸੀ ਹਕੂਮਤ ਹੈ ਨਾ, ਕਿਸੇ ਵੀ ਵੇਲੇ ਦੀ ਹੋਈ, ਭਾਵੇਂ ਮੁਗਲਾਂ ਦਾ ਸਮਾਂ ਸੀ, ਭਾਵੇਂ ਅੰਗਰੇਜ਼ਾਂ ਦਾ ਸਮਾਂ ਸੀ, ਅੱਜ ਦਾ ਸਮਾਂ ਭਾਵੇਂ ਬਹੁਤ ਪੁਰਾਤਨ ਸਮਾਂ ਦੇਖ ਲਈਏ, ਪਰ ਜਿਹੜੀ ਹਕੂਮਤ ਹੈ, ਹਕੂਮਤ ਦੇ ਨਸ਼ੇ ਵਿੱਚ ਚੂਰ ਹੋਏ ਲੋਕਾਂ ਨੇ ਆਪਣੀ ਮਨ ਮਰਜ਼ੀਆਂ ਕੀਤੀਆਂ। ਮੈਨੂੰ ਇਸ ਤਰ੍ਹਾਂ ਸਮਝਣਾ ਹੈ ਕਿ ਜਦੋਂ ਬੰਦੇ ਨੂੰ ਹਕੂਮਤ ਪ੍ਰਾਪਤ ਹੋ ਜਾਂਦੀ ਹੈ ਤੇ ਬੰਦਾ ਜੇ ਨਾ ਵੀ ਮਾਣ ਕਰਨਾ ਚਾਹੇ, ਤੇ ਜਿਹੜੇ ਨਾਲ ਚਮਚੇ ਹੁੰਦੇ ਨੇ ਨਾ, ਉਹ ਕਹਿੰਦੇ ਤੂੰ ਹੁਣ ਕੁਝ ਬਣ ਗਿਆ, ਤੇਰੇ ਕੋਲ ਪਾਵਰ ਹੈ, ਤੇਰੇ ਕੋਲ ਸ਼ਕਤੀ ਹੈ, ਤੂੰ ਇਹਨੂੰ ਵਰਤ। ਤੇ ਹੌਲੀ ਹੌਲੀ ਉਸਨੂੰ ਪੰਪ ਦੇ ਦੇ ਕੇ ਨਾ ਉਸਨੂੰ ਪੂਰਨ ਤੌਰ ਤੋਂ ਹੰਕਾਰੀ ਬਣਾ ਦਿੰਦੇ ਹਨ। ਕਿਉਂਕਿ ਜਦੋਂ ਬੰਦੇ ਨੂੰ ਆਖਿਆ ਜਾਏ ਵੀ ਤੂੰ ਕੁਛ ਹੈ, ਤੂੰ ਹੀ ਸਭ ਕੁਛ ਹੈ, ਤੇਰੇ ਹੱਥ ਵਿੱਚ ਵੀ ਹੈ ਹੀ ਪਾਵਰ ਹੈ, ਤਾਂ ਬੰਦਾ ਸੋਚਣ ਲੱਗ ਪੈਂਦਾ ਵੀ ਸ਼ਾਇਦ ਸਾਰੀ ਦੁਨੀਆ ਨੂੰ ਮੈਂ ਚਲਾ ਰਿਹਾ। ਇੱਥੇ ਤੱਕ ਉਹਨੂੰ ਲੱਗਦਾ ਵੀ ਇਹ ਕੁਦਰਤ ਵੀ ਮੇਰੇ ਹੱਥ ਵਿੱਚ ਹੀ ਸਾਰੀ। ਇਸ ਤਰ੍ਹਾਂ ਦਾ ਇੱਕ ਮਨੁੱਖ ਦਾ ਮਨ ਬਣ ਜਾਂਦਾ ਹੈ। ਇਸ ਕਰਕੇ ਉਸ ਵੇਲੇ ਜਿਹੜਾ ਕਾਜ਼ੀ ਸੀ ਉਸਦੇ ਹੱਥ ਵਿੱਚ ਫੈਸਲੇ ਸਨ, ਅਤੇ ਉਹ ਆਪਣੇ ਹਕੂਮਤ ਦੇ ਮਾਣ ਵਿੱਚ ਰਹਿੰਦਾ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਆਖਣਾ ਪਿਆ ਕਿ ਤੁਮ ਰਾਜਸ ਮਨ ਭਾਵੈ, ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲੱਗਦੀ ਹੈ, ਆਓ ਕਿ ਤੁਹਾਨੂੰ ਹਕੂਮਤ ਦਾ ਕਾਜ਼ੀ ਸਾਹਿਬ ਮਾਣ ਹੈ, ਅਹੰਕਾਰ ਹੈ। ਅਸੀਂ ਤਾਂ ਹਾਂ ਆਜਿਜ਼ ਬੰਦੇ, ਮਸਕੀਨ, ਪਰ ਅਸੀਂ ਰੱਬ ਜੀ ਦੇ ਅਸੀਂ ਵੀ ਪੈਦਾ ਕੀਤੇ ਹੋਏ ਹਾਂ, ਗਰੀਬ, ਨਿਮਾਣੇ, ਨਿਤਾਣੇ। ਪਰ ਤੁਹਾਨੂੰ ਮਨ ਦੇ ਵਿੱਚ ਹਕੂਮਤ ਚੰਗੀ ਲੱਗਦੀ ਹੈ, ਪਾਓ ਕਿ ਹਕੂਮਤ ਦਾ ਮਾਣ ਤੁਹਾਨੂੰ ਚੰਗਾ ਲੱਗਦਾ। ਕਿਉਂਕਿ ਜਦੋਂ ਬੰਦੇ ਕੋਲ ਰਾਜ ਪਾਠ ਮਿਲ ਜਾਂਦਾ ਹੈ, ਹਕੂਮਤ ਮਿਲ ਜਾਂਦੀ ਹੈ, ਤਾਂ ਮਨੁੱਖ ਆਪਣੇ ਨਸ਼ੇ ਵਿੱਚ ਚੂਰ ਹੋ ਜਾਂਦਾ, ਆਪਣੀ ਮਨਮਾਨੀਆਂ ਕਰਦਾ। ਅਗਲੇ ਵਚਨ ਕੀਤੇ ਆਖਣ ਲੱਗੇ, ਪਰ ਸੱਚ ਇਹ ਹੈ, ਅੱਲਾ ਅਵਲ ਦੀਨ ਕੋ ਸਾਹਿਬ, ਜੋਰ ਨਹੀਂ ਫੁਰਮਾਵੈ। ਆਖਣ ਲੱਗੇ ਅੱਲਾਹ ਦਾ ਅਰਥ ਹੈ ਰੱਬ, ਅਵਲ ਦਾ ਅਰਥ ਹੈ ਪਹਿਲਾਂ ਪਹਿਲ, ਆਓ ਕਿ ਸਭ ਤੋਂ ਵੱਡਾ। ਦੀਨ ਦਾ ਅਰਥ ਹੁੰਦਾ ਮਜ਼ਹਬ, ਕੋ ਸਾਹਿਬ, ਆਓ ਕਿ ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ। ਜੋ ਧਰਮ ਹੈ, ਮਜ਼ਹਬ ਹੈ, ਦੀਨ ਹੈ, ਉਹਦਾ ਸਭ ਤੋਂ ਵੱਡਾ ਮਾਲਕ ਜਿਹੜਾ ਹੈ ਕਾਜ਼ੀ ਸਾਹਿਬ ਤੁਸੀਂ ਨਹੀਂ। ਜਿਸ ਤਰ੍ਹਾਂ ਕਹਿ ਲਵਾਂ ਕਿ ਕਬੀਰ ਸਾਹਿਬ ਕਹਿੰਦੇ ਕਾਜ਼ੀ ਸਾਹਿਬ ਤੁਸੀਂ ਧਰਮ ਦਾ ਠੇਕਾ ਨਹੀਂ ਲਿਆ। ਜਿਵੇਂ ਆਪਾਂ ਕਹਿੰਦੇ ਵੀ ਤੂੰ ਕਿਹੜਾ ਠੇਕੇਦਾਰ ਲੱਗਿਆ, ਆਮ ਭਾਸ਼ਾ ਵਿੱਚ ਅਸੀਂ ਕਹਿ ਦਿੰਦੇ ਤੂੰ ਕਿਹੜਾ ਠੇਕੇਦਾਰ ਲੱਗਿਆ। ਕਬੀਰ ਸਾਹਿਬ ਕਹਿੰਦੇ ਨੇ ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੈਨੂੰ ਭੁਲੇਖਾ ਹੋਇਆ ਵੀ ਸ਼ਾਇਦ ਮਜ਼ਹਬ ਦਾ ਵੱਡਾ ਠੇਕੇਦਾਰ ਮੈਂ ਹੀ ਲੱਗਿਆ ਹੋਇਆ, ਮਜ਼ਹਬ ਮੇਰੇ ਹੱਥ ਵਿੱਚ ਹੀ ਹੈ।
पर कहन लगे कबीर साहब कहते मजहब का सब तो बड़ा जिहड़ा मालक है वो तो अल्लाह ताला है, रब है, वाहिगुरू है। कहते दूजी गल ये जोर नहीं फरमावे तो जिहड़ा सब तो बड़ा मालक है, जिहड़ा धर्म का ठेकेदार है रब, कहते वो किसी उत्ते धक्का करन दी आग्या नहीं दिंदा। ये किसी दे उत्ते धक्का करो, जोर जुलम करो, किसी उत्ते अपना हुक्म चलाओ, किसी उत्ते मनमानी करो। कहते जिहड़ा सब तो बड़ा मजहब का मालक है ना वाहिगुरू, वो किसी उत्ते ये इजाजत नहीं दिंदा भी तो किसी उत्ते जाके धक्का करो। यह सच है कि मजहब नहीं सिखाता आपस में बैर करना, धर्म थोड़ी सिखाउंदा है। ये तो धर्म के बने हुए ठेकेदार लोगों के विच आपस दे विच लड़ाइयां पवा देंगे, जिहड़े अपने आप नूं वड्डे समझण लग पैंदे भी असीं बहुत वड्डे हो गए। ना अकाल पुरख वाहिगुरू है जिहड़ा कि किसी नूं कहंदा भी तू दूजे उत्ते धक्का कर, क्योंकि वाहिगुरू ने तो संसार दे विच सानू इंसान बना के भेजा सी। असीं तां कई बारी धर्म दे नाल ते नाम दे उत्ते भी शैतान बन के इत्थे बह गए। अखवाउंदे धर्मी आ पर कम शैतानां वाले ने सारे। फिर आपस में झगड़े करते भी साडा धर्म वड्डा, दूजा कहता मेरा धर्म वड्डा, तीजा कहता मेरा धर्म वड्डा। धर्म के नाम ते झगड़े, लड़ाइयाँ। इस करके भगत कबीर साहब कहते काजी साहब कहते वो जिहड़ा अल्लाह ताला है, जिहड़ा सब तो बड़ा मालक है धर्म का। धर्म की है एक रब्बी कानून है, ये भी गल समझण वाली है। धर्म एक रब्बी नेम है, धर्म एक रब्बी मर्यादा है। जदों तो संसार बनिया ना, अकाल पुरख वाहिगुरू जी ने एक रब्बी कानून हर एक मनुख दे नाल फिट करके भेजा। ये गल वखरी कि इत्थे आके उस रब्बी कानून दे असी गुनाहगार बन जाते हाँ, असी बगावत करते हाँ भी सानू ये गल्लां मंजूर नहीं। धर्म कोई होर चीज़ नहीं है। धर्म रब्बी नेम ने, रब्बी कानून है, खुदाई सिस्टम है। उसकी रजा विच रहना ही धर्मी होना है, उसनूं वडियाना ही धर्मी होना है। इस करके जिहड़े मनुख अपने आप को समझते सन भी सात तो वड्डा तो कोई नहीं, धर्म नूं प्रचारना प्रसारना, लोकां नूं धर्म दे विच लैके आउणा, मजहब दे अंदर लैके आउणा साडी ड्यूटी है। और भगत कबीर साहब कहते ये ड्यूटी अकाल पुरख वाहिगुरू दी है, क्योंकि मजहब का सब तो बड़ा मालक जिहड़ा अकाल पुरख वाहिगुरू है, तो वह किसी दे उत्ते जोर जुलम करन दी आग्या नहीं दिंदा। क्योंकि जिहड़ा जोर करदा है, अपने जोर दे नाल किसी नूं अपना धर्म अपनाउण वास्ते कहंदा है, रब नूं ये चीज़ मंजूर नहीं है। अज भी असीं समाज देखते हाँ, जिथे किसी का दाव लगता है दूजे नूं दबाउण दी कोशिश की जाती है। उन्होंने आख्या जाता तू अपना मजहब छड्ड, तू साडे मजहब विच आ जा, प्यार नाल आ जा, नहीं तो वह अपने जोर नाल लैके आउण दा यतन करते हैं। मजहब बंदियां दे दित्तियां मिल नहीं सकता बंदे नूं। दुनियावी खोप किसी नूं दे के और किसी नूं अपने मजहब दे विच जां अपने बनाए हुए कर्म कांड दे विच कोई लिया सकता है, पर रब्बी कानून दे विच कोई भी बंदा नहीं लिया सकता। रब्बी कानून दे विच तां केवल गुरु सानू लैके आ सकता है, क्योंकि गुरु साहब जी रब्बी कानून दी ही वकालत करते हैं। सानू रब्बी कानून बारे ही समझाते हैं कि रब का नेम की है। ये सारी बाणी रब्बी नेम नूं दर्शाउण वास्ते है भी खुदाई नेम की है। जो असीं पढ़ते हैं ना, आपे हर एक रंग है आपे भो रंगी, जो तिस भावै नानका साई गल चंगी। ये रब्बी कानून की वकालत है भी रब्बी कानून एक ये है कि वह परमात्मा एक रंग दे विच भी है, उसदा
ਅਨੇਕਾਂ ਹੀ ਕੋਤਕ, ਅਨੇਕਾਂ ਹੀ ਰੰਗ ਨੇ। ਜੋ ਉਹਨੂੰ ਭਾਉਂਦਾ ਹੈ ਉਹੀ ਗੱਲ ਚੰਗੀ ਹੈ, ਤੈਨੂੰ ਵੀ ਚੰਗੀ ਲੱਗੇ। ਰੱਬ ਨੂੰ ਕੀ ਚੰਗਾ ਲੱਗਦਾ, ਕੀ ਨਹੀਂ ਲੱਗਦਾ, ਅਸੀਂ ਬਾਣੀ ਨੂੰ ਜਦੋਂ ਧਿਆਨ ਨਾਲ ਪੜ੍ਹਾਂਗੇ ਸਾਨੂੰ ਸਮਝ ਆ ਜਾਣੀ ਹੈ ਵੀ ਰੱਬ ਨੂੰ ਕਿਹੜੀ ਗੱਲ ਪਸੰਦ ਹੈ, ਕਿਹੜੀ ਨਾ ਪਸੰਦ ਹੈ। ਕਾਜੀ ਸਾਹਿਬ ਹੈ ਧਾਰਮਿਕ ਆਗੂ ਸਾਨੂੰ ਸਾਰਿਆਂ ਨੂੰ ਇਹ ਸਮਝਾਉਣਾ ਚਾਹੁੰਦੇ ਨੇ ਵੀ ਧਰਮ ਜਿਹੜਾ ਹੈ ਜਾਂ ਪਰਮਾਤਮਾ ਜਿਹੜਾ ਧਰਮ ਦਾ ਮਾਲਕ ਹੈ, ਉਹ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ, ਕਿਸੇ ਨੂੰ ਵੀ ਤੂੰ ਕਿਸੇ ਦੇ ਉੱਤੇ ਧੱਕਾ ਕਰ, ਆਪਣਾ ਜ਼ੋਰ ਚਲਾ। ਤਾਂ ਹੀ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਕਿ ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ। ਅਮਰ ਦਾ ਅਰਥ ਹੈ ਇੱਥੇ ਹੁਕਮ। ਅਸੰਖਾਂ ਨੇ ਜਿਹੜੇ ਕਿ ਆਪਣਾ ਹੁਕਮ ਚਲਾਉਂਦੇ ਇੱਥੇ ਆ ਕੇ, ਇੱਕ ਨਹੀਂ ਅਸੰਖਾ ਹੀ ਮਹਾਰਾਜ ਕਹਿੰਦੇ, ਆਪਣਾ ਜ਼ੋਰ ਤੋਂ ਆਪਣੇ ਹੁਕਮ ਚਲਾਉਂਦੇ ਆ, ਆਪਣੇ ਮਾਣ ਤਾਣ ਦੇ ਵਿੱਚ ਹੋ ਕੇ, ਆਪਣੇ ਹੰਕਾਰ ਦੇ ਵਿੱਚ ਗਰਵੇ ਹੋਏ ਹੁਕਮ ਚਲਾਉਂਦੇ ਨੇ। ਕਹਿੰਦੇ ਰੱਬ ਨੇ ਇਜਾਜ਼ਤ ਨਹੀਂ ਦਿੱਤੀ। ਫਿਰ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਰੋਜ਼ਾ ਧਰੈ ਨਿਵਾਜ ਗੁਜ਼ਾਰੈ, ਕਲਮਾ ਪਿਸਤ ਨਾ ਹੋਈ। ਆਖਣ ਲੱਗੇ ਨੀਰਾ ਰੋਜ਼ਾ ਰੱਖਿਆ, ਨਵਾਜ਼ ਪੜ੍ਹਿਆ, ਕਲਮਾ ਆਖਿਆ, ਕਹਿੰਦੇ ਪਿਸਤ ਨਹੀਂ ਮਿਲ ਜਾਂਦਾ, ਸਵਰਗ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਤੂੰ ਸੋਚੇ ਵੀ ਸ਼ਾਇਦ ਇੱਦਾਂ ਹੀ ਬਾਹਰੀ ਕਰਿਆ ਕੀਤਿਆਂ ਕਿ ਸਵਰਗ ਦੀ ਪ੍ਰਾਪਤੀ ਹੋ ਜਾਏਗੀ। ਸਵਰਗ ਨੂੰ ਅੱਗੇ ਵੀ ਦਾਸ ਨੇ ਦੱਸਿਆ ਕਿ ਸਵਰਗ ਦਾ ਅਰਥ ਹੈ ਸਵੈਮ ਵਰਗਾ ਵਰਗ। ਨਰਕ ਕੀ ਹੈ? ਜੋ ਮੈਂ ਚਾਹੁੰਦਾ ਉਹ ਨਾ ਹੋਵੇ, ਨਰਕ ਹੈ। ਸਵੈਮ ਵਰਗਾ ਵਰਗ ਉਹਨੂੰ ਕਹਿੰਦੇ ਸਵਰਗ। ਜਿਸ ਤਰ੍ਹਾਂ ਮੈਂ ਸਵੈਮ ਚਾਹੁੰਦਾ ਹਾਂ, ਕਰਦੇ ਸਾਰੇ ਜੀ ਮੇਰੇ ਮੁਤਾਬਿਕ ਹੋਣ, ਆਲਾ ਦੁਆਲਾ ਮੇਰੇ ਮੁਤਾਬਿਕ ਹੋਵੇ, ਸਾਰੇ ਲੋਕ ਮੇਰੇ ਮੁਤਾਬਿਕ ਕੰਮ ਕਰਨ, ਅਤੇ ਉਹਨੂੰ ਕਹਿੰਦੇ ਨੇ ਸਵਰਗ। ਜਿਵੇਂ ਸਵੈਮ ਚਾਹ ਰਿਹਾ ਹਾਂ ਸਭ ਕੁਛ ਉੱਦਾਂ ਹੀ ਹੋ ਰਿਹਾ। ਪਰ ਇੱਕ ਗੱਲ ਯਾਦ ਰੱਖਣਾ ਕਿ ਜਿਸ ਤਰ੍ਹਾਂ ਅਸੀਂ ਸੋਚਦੇ ਹਾਂ, ਚਾਹੁੰਦੇ ਹਾਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਗ੍ਰਸਤ ਜੀਵਨ ਕਿਉਂ ਦਿੱਤਾ ਮਹਾਰਾਜ ਨੇ? ਗ੍ਰਸਤ ਜੀਵਨ ਹੀ ਐਸਾ ਹੈ ਜਿਹੜਾ ਕਿ ਸਾਨੂੰ ਆਪਣੀ ਮਨਮਾਨੀ ਤੋਂ ਰੋਕਦਾ ਹੈ। ਜੇ ਆਪਣੀ ਗੱਲ ਕਰਨੀ ਤਾਂ ਦੂਜੇ ਦੀ ਤੈਨੂੰ ਸੁਣਨੀ ਪੈਣੀ ਹੈ, ਤਾਂ ਮਿਲ ਕੇ ਜੀਵਨ ਗ੍ਰਸਤ ਚੱਲਦਾ ਹੈ। ਅਤੇ ਬੰਦਾ ਲੱਭਦਾ ਫਿਰਦਾ ਸੀ ਸਵਰਗ ਦੀ ਪ੍ਰਾਪਤੀ ਹੋ ਜਾਏ, ਪਿਸਤ ਦੀ ਪ੍ਰਾਪਤੀ ਹੋ ਜਾਏ। ਔਰ ਇੱਕ ਖਿਆਲ ਦੇ ਦਿੱਤਾ ਗਿਆ ਵੀ ਤੂੰ ਜੇ ਰੋਜ਼ਾ ਰੱਖੇਂਗਾ, ਜੇ ਤੂੰ ਨਿਵਾਜ਼ ਪੜ੍ਹੇਂਗਾ, ਜੇ ਕਲਮਾ ਪੜ੍ਹੇਂਗਾ, ਤਾਂ ਤੈਨੂੰ ਉੱਥੇ ਅੱਗੇ ਜਦੋਂ ਕਿਆਮਤ ਦਾ ਦਿਨ ਆਏਗਾ, ਮੁਹੰਮਦ ਸਾਹਿਬ ਤੇਰਾ ਲੇਖਾ ਕਰਨਗੇ। ਉਸ ਦਿਨ ਤੈਨੂੰ ਕਹਿੰਦੇ ਹੂਰਾਂ ਦੇਣਗੇ, ਉੱਥੇ ਸਵਰਗ ਦੀ ਪ੍ਰਾਪਤੀ ਹੋਏਗੀ, ਸੋਹਣੇ ਘਰ ਮਿਲਣਗੇ ਤੈਨੂੰ, ਤੂੰ ਸਵਰਗ 'ਚ ਜਾਏਂਗਾ, ਪਿਸਤ ਦੇ ਵਿੱਚ ਜਾਏਂਗਾ। ਕਿਉਂਕਿ ਸ਼ਬਦ ਦੇ ਤਕਰੀਬਨ ਲਫ਼ਜ਼ ਜਿਹੜੇ ਨੇ ਉਹ ਸਾਰੇ ਦੇ ਸਾਰੇ ਫਾਰਸੀ ਵਿੱਚ ਹੀ ਕਬੀਰ ਸਾਹਿਬ ਨੇ ਵਰਤੇ ਨੇ ਸ਼ਬਦ ਦੇ ਵਿੱਚ, ਉਹ ਤੇ ਲਫ਼ਜ਼ ਜਿਹੜੇ ਨੇ। ਪਰ ਕਬੀਰ ਸਾਹਿਬ ਕਹਿਣ ਲੱਗੇ ਗੱਲ ਕਾਜੀ ਸਾਹਿਬ ਯਾਦ ਰੱਖਿਓ, ਸੰਬੋਧਨ ਕਾਜੀ ਸਾਹਿਬ ਨੂੰ ਕਰ ਰਹੇ ਨੇ, ਗੱਲ ਸਾਨੂੰ ਸਮਝਾ ਰਹੇ ਨੇ ਕਬੀਰ ਸਾਹਿਬ। ਅਸੀਂ ਵੀ ਇਹ ਕੰਮ ਕਰਦੇ ਹਾਂ, ਰੋਜ਼ਾ ਧਰਿਆ ਜਿਵੇਂ ਉਹ ਰੋਜ਼ਾ ਧਰਦਾ। ਬਹੁਤੇ ਲੋਕ ਨੇ ਜਿਹੜੇ ਕਿ ਉਪਵਾਸ ਰੱਖਦੇ ਨੇ, ਜਿਹੜੇ ਬਹੁਤੇ ਲੋਕ ਨੇ ਵਰਤ ਰੱਖਦੇ ਨੇ। ਵੈਸੇ ਸਾਡੇ ਧਰਮ ਦੇ ਵਿੱਚ ਵਰਤ ਵਾਸਤੇ ਬਹੁਤ ਕੁਛ ਗੁਰੂ ਸਾਹਿਬ ਨੇ ਲਿਖਿਆ। ਮਰ ਕਹਿੰਦੇ ਵਰਤ ਨਾ ਰਹੂੰ ਨਾਮਾ ਰਮਜ਼ਾਨਾ, ਤੇ ਸੇਵੀ ਜੋ ਰੱਖੈ ਨਿਦਾਨਾ। ਸਾਨੂੰ ਰੋਕਿਆ, ਪਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਉਹ ਅੰਨ ਛੱਡਦੇ ਨੇ, ਵਰਤ ਰੱਖਦੇ, ਉਪਵਾਸ ਕਰਦੇ। ਭਾਵੇਂ ਬਾਣੀ ਇਸ ਦੇ ਪ੍ਰਥਾਏ ਕਹਿੰਦੀ ਹੈ, ਕਹਿੰਦੇ ਛੋੜੈ ਅੰਨ ਕਰੈ ਪਾਖੰਡ, ਨਾ ਉਹ ਸੁਹਾਗਨ ਨਾ ਉਹ ਰੰਡ। ਅੰਨੈ ਬਿਨਾ ਨਾ ਹੋਏ ਸੁਕਾਲ, ਤਜੀਏ ਅੰਨ ਨਾ ਮਿਲੇ ਗੋਪਾਲ। ਦੀ ਵਿਚਾਰ ਗੁਰੂ ਸਾਹਿਬ ਨੇ ਸਾਨੂੰ ਦਰਸਾਈਏ, ਪਰ ਸਾਡੇ ਵਿੱਚ ਵੀ ਬੜੇ ਨੇ ਐਸੇ। ਅਤੇ ਕਿਤੇ ਭੁਲੇਖਾ ਹੋਵੇ ਨਾ ਵੀ ਅਸੀਂ ਵਰਤ ਰੱਖਦੇ ਹਾਂ, ਵੀ ਸ਼ਾਇਦ ਕੁਛ ਵਰਤ ਰੱਖਣ ਨਾਲ ਪ੍ਰਾਪਤੀ ਹੋ ਜਾਏਗੀ, ਸਵਰਗ ਮਿਲ ਜਾਏਗਾ, ਜਾਂ ਕੋਈ ਹੋਰ ਕਹਾਣੀ। ਕਬੀਰ ਸਾਹਿਬ ਕਹਿੰਦੇ ਗੱਲ ਯਾਦ ਰੱਖੀ, ਰੋਜ਼ਾ ਧਰੈ ਨਿਵਾਜ ਗੁਜ਼ਾਰੈ, ਕਲਮਾ ਪਿਸਤ ਨਾ ਹੋਈ। ਨੀਰਾ ਰੋਜ਼ਾ ਰੱਖਿਆ, ਨਿਵਾਜ਼ ਪੜ੍ਹਿਆ, ਅਸੀਂ ਵੀ ਕਹਿੰਦੇ ਅਸੀਂ ਪਾਠ ਕਰਦੇ ਹਾਂ,
ਕਲਮਾ ਦਾ ਅਰਥ ਹੁੰਦਾ ਜਿਵੇਂ ਅਸੀਂ ਅਰਦਾਸ ਕਰਦੇ ਹਾਂ ਅਤੇ ਮੁਸਲਮਾਨ ਵੀਰ ਕਲਮਾ ਪੜ੍ਹਦੇ, ਅਸੀਂ ਅਰਦਾਸ ਕਰਦੇ ਹਾਂ। ਅਤੇ ਬੰਦਾ ਕਹਿੰਦਾ ਜੀ ਮੈਂ ਤਾਂ ਰੋਜ਼ ਅਰਦਾਸ ਕਰਦਾ, ਮੈਂ ਤਾਂ ਰੋਜ਼ ਪਾਠ ਕਰਦਾ, ਮੈਂ ਤਾਂ ਬੜਾ ਧਰਮ ਕਰਮ ਸੇਵਾ ਸਿਮਰਨ ਕਰਦਾ। ਅਤੇ ਮਰ ਕਹਿੰਦੇ ਕੇਵਲ ਨਿਰਾ ਰੋਜ਼ਾ ਰੱਖਿਆ, ਬਾਹਰ ਦੀ ਕਿਰਿਆ ਕੀਤਿਆਂ, ਨਮਾਜ਼ ਪੜ੍ਹਿਆ, ਕਲਮਾ ਆਖਿਆ, ਕਹਿੰਦੇ ਭਿਸ਼ਟ ਨਹੀਂ ਮਿਲ ਜਾਂਦਾ। ਅਤੇ ਕਬੀਰ ਸਾਹਿਬ ਤੁਸੀਂ ਦੱਸੋ ਫਿਰ ਭਿਸ਼ਟ ਕਿਵੇਂ ਮਿਲਦਾ, ਸਵਰਗ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਤੁਸੀਂ ਕਹਿੰਦੇ ਇਹ ਕੰਮ ਕਰਦੇ ਹਾਂ ਸਵਰਗ ਨਹੀਂ ਮਿਲਦਾ, ਪਰ ਪ੍ਰਚਾਰਿਆ ਤਾਂ ਇਹ ਹੀ ਜਾਂਦਾ। ਆਖਣ ਲੱਗੇ ਮੈਂ ਦੱਸਦਾ, ਕਹਿੰਦੇ ਭਿਸ਼ਟ ਕਿਵੇਂ ਮਿਲਦਾ? ਕਹਿੰਦੇ ਸਤਰ ਕਾਬਾ ਘਟ ਹੀ ਭੀਤਰ ਜੇਕਰ ਜਾਣੈ ਕੋਈ। ਸਤਰ, ਸਤਰ ਦਾ ਅਰਥ ਹੁੰਦਾ ਗੁਪਤ, ਕਾਬੇ ਦਾ ਅਰਥ ਹੈ ਰੱਬ ਦਾ ਘਰ, ਘਟ ਹੀ ਭੀਤਰ, ਘਟ ਦਾ ਅਰਥ ਹੁੰਦਾ ਹੈ ਦਿਲ ਦੇ ਅੰਦਰ ਹੀ। ਆਖਣ ਲੱਗੇ ਰੱਬ ਦਾ ਜਿਹੜਾ ਗੁਪਤ ਘਰ ਹੈ ਨਾ, ਹੇ ਕਾਜੀ ਸਾਹਿਬ, ਇਹ ਤਾਂ ਮਨੁੱਖ ਦੇ ਦਿਲ ਵਿੱਚ ਹੀ ਹੈ। ਜੇ ਤੁਸੀਂ ਕਿਤੇ ਸਮਝੋ ਨਾ ਵੀ ਕਿਤੇ ਰੱਬ ਦਾ ਘਰ ਕਿਤੇ ਮੱਕੇ ਵਿੱਚ ਹੈ ਜਾਂ ਕਿਸੇ ਹੋਰ ਥਾਂ 'ਤੇ ਹੈ, ਇਹ ਭੁਲੇਖਾ ਜੀਵਨ 'ਚ ਰੱਖੋ। ਕਹਿੰਦੇ ਅਸਲ ਦੇ ਵਿੱਚ ਜਿਹੜਾ ਰੱਬ ਦਾ ਗੁਪਤ ਘਰ ਹੈ, ਜਿਹੜਾ ਕਿਸੇ ਨੂੰ ਦਿਖਾਈ ਨਹੀਂ ਦਿੰਦਾ, ਗੁਪਤ ਹੈ ਨਾ, ਸਾਨੂੰ ਦਿਖਾਈ ਥੋੜ੍ਹੀ ਦਿੰਦਾ ਰੱਬ ਦਾ ਘਰ, ਉਹ ਤਾਂ ਸਤਰ ਕਾਬਾ ਹੈ, ਉਹ ਕਿ ਗੁਪਤ ਰੱਬ ਦਾ ਘਰ। ਕਹਿੰਦੇ ਘਟ ਹੀ ਭੀਤਰ ਤੇਰੇ ਦਿਲ ਵਿੱਚ ਹੀ ਹੈ, ਪਰ ਜੇਕਰ ਜਾਣੇ ਕੋਈ, ਪਰ ਜੇ ਕੋਈ ਸਮਝ ਲਏ ਵੀ ਉਸ ਰੱਬ ਦਾ ਜਿਹੜਾ ਘਰ ਹੈ ਉਹ ਹਿਰਦੇ ਵਿੱਚ ਹੈ। ਕਿਉਂਕਿ ਕੋਈ ਕਹਿ ਰਿਹਾ ਸੀ ਕਿ ਦੱਖਣ ਦੇਸ ਹਰੀ ਕਾ ਵਾਸਾ, ਪਛਮ ਅੱਲਾ ਮੁਕਾਮਾ। ਅਤੇ ਮਹਾਰਾਜ ਕਹਿੰਦੇ ਦਿਲ ਮੈਂ ਖੋਜ, ਦਿਲੈ ਦਿਲ ਖੋਜੋ ਇਹੀ ਠੋਰ ਮੁਕਾਮਾ। ਦਿਲ ਦੇ ਅੰਦਰ ਖੋਜ ਕਰ, ਉਹ ਦਿਲ ਦੇ ਵਿੱਚ ਬੈਠਾ ਹੋਇਆ ਹੈ। ਤਾਂ ਹੀ ਤਾਂ ਬਾਬਾ ਫਰੀਦ ਜੀ ਨੇ ਇੱਕ ਥਾਂ 'ਤੇ ਵਿਚਾਰ ਰੱਖੇ, ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਭਵੈ ਬਨਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਰੱਬ ਤਾਂ ਤੇਰੇ ਹਿਰਦੇ ਵਿੱਚ ਵਸਦਾ, ਰੱਬ ਦਾ ਘਰ ਤਾਂ ਇਹ ਹਿਰਦਾ ਹੈ। ਤਾਂ ਹੀ ਮਰ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੀ, ਸੱਚੇ ਕਾ ਵਿਸ਼ਵਾਸ। ਇਹ ਹਿਰਦਾ ਰੂਪੀ ਜਿਹੜੀ ਕੋਠੀ ਹੈ ਸੱਚੇ ਦਾ ਘਰ ਹੈ, ਇਹਦੇ ਵਿੱਚ ਸੱਚੇ ਦਾ ਵਾਸਾ ਹੈ। ਜਿਵੇਂ ਸੰਸਾਰ ਦੇ ਵਿੱਚ ਵਾਸਾ, ਹਿਰਦੇ ਰੂਪੀ ਘਰ ਦੇ ਵਿੱਚ ਵੀ ਵਾਸਾ ਹੈ। ਤਾਂ ਹੀ ਮਹਾਰਾਜ ਨੇ ਆਖਿਆ ਵੀ ਜਿਤ ਪਾਰ ਬ੍ਰਹਮ ਚਿਤ ਆਇਆ, ਸੋ ਘਰ ਦਈ ਵਸਾਇਆ। ਜਿਸ ਹਿਰਦੇ ਘਰ ਵਿੱਚ ਰੱਬ ਚੇਤੇ ਆਉਂਦਾ ਨਾ, ਉਹ ਹਿਰਦਾ ਰੂਪੀ ਘਰ ਵਾਹਿਗੁਰੂ ਜੀ ਨੇ ਆਬਾਦ ਕਰ ਦਿੱਤਾ। ਅਤੇ ਮਾਫ਼ ਕਰਨਾ, ਜੇ ਦਿਲ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਨਹੀਂ, ਪਰਮੇਸ਼ਰ ਦੀ ਸਮਝ ਨਹੀਂ, ਬਾਹਰ ਦੀਆਂ ਸਾਰੀਆਂ ਕਿਰਿਆਵਾਂ ਅਸੀਂ ਵੀ ਕਰਦੇ ਪਏ ਹਾਂ, ਤਾਂ ਉਹ ਵਾਹਿਗੁਰੂ ਸਾਨੂੰ ਲੱਭਣਾ ਨਹੀਂ। ਕਬੀਰ ਸਾਹਿਬ ਕਹਿੰਦੇ ਉਹ ਲੱਭੇਗਾ ਉਦੋਂ ਜਦੋਂ ਕੋਈ ਇਹ ਗੱਲ ਸਮਝ ਲਵੇ ਕਿ ਪਰਮਾਤਮਾ ਦਾ ਜਿਹੜਾ ਗੁਪਤ ਘਰ ਹੈ, ਰੱਬ ਦਾ ਜਿਹੜਾ ਕਾਬਾ ਹੈ, ਉਹ ਤੇਰੇ ਦਿਲ ਵਿੱਚ ਹੈ। ਇਸ ਦਿਲ ਨੂੰ ਕਾਬਾ ਬਣਾਉਣਾ ਹੈ। ਕਿਉਂਕਿ ਔਰ ਇਹ ਗੱਲ ਬੜੀ ਡੂੰਘੀ ਗੱਲ ਹੈ ਇੱਥੇ ਜਿਹੜੀ ਗੱਲ ਕਬੀਰ ਸਾਹਿਬ ਕਹਿ ਰਹੇ ਨੇ। ਕਿਉਂਕਿ ਹਰ ਇੱਕ ਬੰਦਾ ਕਾਬੇ ਦੇ ਦਰਸ਼ਨ ਕਰਨ ਵਾਸਤੇ ਨਹੀਂ ਜਾ ਸਕਦਾ। ਸਾਰਿਆਂ ਕੋਲ ਇਤਨੀ ਸੋਰਸ ਨਹੀਂ ਮਾਇਆ ਦੀ ਵੀ ਸਾਰੇ ਹਜ ਦਾ ਖਰਚਾ ਉਠਾ ਸਕਣ, ਹਜ ਜਾ ਸਕਣ। ਕਈ ਬਿਮਾਰ ਵੀ ਹੋ ਸਕਦੇ ਨੇ, ਕਈਆਂ ਕੋਲ ਮਾਇਆ ਦੀ ਵੀ ਥੋੜ੍ਹ ਹੋ ਸਕਦੀ ਹੈ। ਹਰ ਇੱਕ ਬੰਦਾ ਤਾਂ ਨਹੀਂ ਯਾਤਰਾ 'ਤੇ ਜਾ ਸਕਦਾ। ਪਰ ਜਿਹੜਾ ਹਿਰਦੇ ਰੂਪੀ ਕਾਬਾ ਹੈ, ਇੱਥੇ ਤੱਕ ਹਰ ਇੱਕ ਮਨੁੱਖ ਪਹੁੰਚ ਸਕਦਾ ਹੈ। ਇੱਕ ਬਿਮਾਰ ਵੀ ਪਹੁੰਚ ਸਕਦਾ ਹੈ, ਇੱਕ ਜਿਹਦੇ ਕੋਲ ਪੈਸਾ ਨਹੀਂ ਉਹ ਵੀ ਪਹੁੰਚ ਸਕਦਾ ਹੈ, ਇੱਕ ਜਿਹਦੇ ਕੋਲ ਅੱਖਾਂ ਨਹੀਂ ਉਹ ਵੀ ਪਹੁੰਚ ਸਕਦਾ, ਜਿਹਦੇ ਕੋਲ ਪੈਰ ਨਹੀਂ ਉਹ ਵੀ ਪਹੁੰਚ ਸਕਦਾ, ਜਿਹਦੇ ਕੋਲ ਹੱਥ ਨਹੀਂ ਉਹ ਵੀ ਪਹੁੰਚ ਸਕਦਾ। ਇਸ ਕਰਕੇ ਕਬੀਰ ਸਾਹਿਬ ਜੀ ਕਹਿਣ ਲੱਗੇ, ਕਹਿੰਦੇ ਉਹ ਜਿਹੜਾ ਗੁਪਤ ਰੱਬ ਦਾ ਘਰ ਹੈ ਨਾ, ਉਹ ਹਿਰਦੇ ਵਿੱਚ ਹੈ, ਦਿਲ ਦੇ ਅੰਦਰ ਹੈ। ਇਸ ਕਰਕੇ ਕਹਿੰਦੇ ਜੇਕਰ ਜਾਣੇ ਕੋਈ, ਜੇ ਇਸ ਗੱਲ ਨੂੰ ਕੋਈ ਸਮਝ ਲਵੇ ਤਾਂ ਲੱਭਦਾ ਵੀ ਤਾਂ ਹੀ ਹੈ ਜਦੋਂ ਕੋਈ ਇਹ ਗੱਲ ਸਮਝ ਲੈਂਦਾ ਵੀ ਦਿਲ ਦੇ ਅੰਦਰ ਹੈ ਪਰਮਾਤਮਾ। ਕਿਉਂਕਿ ਜਿਸ ਨੇ ਦਿਲ ਦੇ ਅੰਦਰ ਵਾਹਿਗੁਰੂ ਜੀ ਨੂੰ ਨਹੀਂ ਸਮਝਿਆ, ਉਹ ਕਦੀ ਉਸ ਰੱਬ ਨੂੰ ਲੱਭ ਵੀ ਨਹੀਂ ਸਕਦਾ, ਕਿਉਂਕਿ ਉਹ ਤਾਂ ਬਾਹਰ ਲੱਭਦਾ ਰਹੇਗਾ। ਫਿਰ ਕਹਿਣ ਲੱਗੇ ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲੈ ਜਾਣੈ।
ਆਖਣਗੇ ਜੋ ਮਨੁੱਖ ਨਿਆਂ ਕਰਦਾ ਹੈ ਮਨ ਨੂੰ ਨਿਵਾਜ ਪੜ ਰਿਹਾ ਹੈ। ਕਾਜੀ ਸਾਹਿਬ, ਜੇ ਤੁਸੀਂ ਨਿਆਂ ਨਹੀਂ ਕਰਦੇ ਤੇ 5 ਵਕਤ ਦੀ ਨਿਵਾਜ ਪੜ੍ਹਦੇ ਹੋ, ਰੱਬ ਦੇ ਘਰ 'ਚ ਪ੍ਰਵਾਨ ਨਹੀਂ। ਜੇ ਤੁਸੀਂ ਨਿਆਂ ਨਹੀਂ ਕਰਦੇ, ਵੱਡੀ ਲੈ ਕੇ ਤੁਸੀਂ ਨਿਆਂ ਚੇਂਜ ਕਰ ਦਿੰਦੇ ਹੋ, ਝੂਠ ਨੂੰ ਸੱਚ, ਸੱਚ ਨੂੰ ਝੂਠ ਬਣਾ ਦਿੰਦੇ ਹੋ, ਤਾਂ ਤੁਹਾਡੀ ਨਵਾਜ਼ ਪੜ੍ਹੀ ਨਹੀਂ ਜਾ ਰਹੀ। ਨਵਾਜੀ ਉਹ ਜਿਹੜਾ ਨਿਆਂ ਦੀ ਗੱਲ ਕਰਦਾ ਹੈ, ਕਿਉਂਕਿ ਗੁਰੂ ਸਾਹਿਬ ਕਹਿੰਦੇ 5 ਨਿਵਾਜਾਂ 5 ਵਕਤ, 5 ਪੰਜਾ ਨਾਉ, ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦ ਆਏ, ਚੌਥੀ ਨੀਅਤ ਰਾਸਮਨ, 5ਵੀਂ ਸਿਵ ਸੁਨਾਏ, ਕਰਨੀ ਕਲਮਾ ਆਕੈ ਤਾਂ ਮੁਸਲਮਾਨ ਕਹਾਏ। ਮੁਸਲਮਾਨ ਤਾਂ ਆਖਦਾ ਜੇ 5 ਵਕਤ ਦਾ ਨਿਵਾਜੀ ਹੋਵੇ, ਤੇ ਨਿਵਾਜ ਗੁਰੂ ਨਾਨਕ ਪਾਤਸ਼ਾਹ ਦੱਸਦੇ ਇਹ ਹੋਣੀ ਚਾਹੀਦੀ ਹੈ। ਪਹਿਲਾ ਸੱਚ ਹਲਾਲ ਦੋਏ, ਤੀਜੀ ਖੈਰ ਖੁਦਾਏ। ਜੀਵਨ ਨੂੰ ਘੜਨਾ, ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਗੁਰਸਿੱਖੋ, ਤਾਂ ਆਪਣੇ ਜੀਵਨ ਵਿੱਚ ਇਹ ਜਿਹੜੀ ਕੁਆਲਿਟੀ ਹੈ ਪੈਦਾ ਕਰਨ ਦੀ ਲੋੜ ਹੈ। ਜੇ ਅਸੀਂ ਕਹਿੰਦੇ ਮੈਂ ਨਿਤਨੇਮੀ ਹਾਂ, ਤੇ ਸੱਚ ਨਿਆਂ ਦੇ ਖਾਤਰ ਲੜੀਏ। ਪਾਹੋ ਇੱਕ ਬੰਦਾ ਜਿਹੜਾ ਉਹ ਇੱਥੇ 5 ਵਕਤ 5 ਬਾਣੀਆਂ ਦਾ ਨਿਤਨੇਮ ਕਰਦਾ ਹੈ, ਔਰ ਜਾ ਕੇ ਫਿਰ ਮੰਨ ਲਓ ਕਿ ਉਹ ਜੱਜ ਹੈ ਅਤੇ ਕੁਰਸੀ 'ਤੇ ਬਹਿੰਦਾ ਹੈ, ਪਰ ਉੱਥੇ ਰਿਸ਼ਵਤ ਲੈ ਕੇ ਨਿਆਂ ਨਹੀਂ ਕਰਦਾ, ਸਮਝ ਲਓ 5 ਬਾਣੀਆਂ ਨਹੀਂ ਪੜ੍ਹੀ ਗਈਆਂ, ਇਹ ਕਹਿ ਲਓ। ਫਿਰ ਮਾਰ ਕਹਿੰਦੇ ਤੂੰ ਨਿਵਾਜੀ ਨਹੀਂ ਹੈ, ਤੂੰ 5 ਬਾਣੀਆਂ ਦਾ ਨਿਤਨੇਮੀ ਨਹੀਂ ਹੈ। ਨਿਵਾਜ ਸੋਈ ਜੋ ਨਿਆਂ ਵਿਚਾਰ ਹੈ, ਉਹੀ ਮਨੁੱਖ ਨਿਆਂ ਕਰਦਾ ਜਿਹੜਾ ਨਿਵਾਜ ਪੜ੍ਹ ਰਿਹਾ। ਸਮਝ ਲਓ ਜਿਹੜਾ ਨਿਆਂ ਕਰਦਾ ਉਹ ਨਿਵਾਜ ਪੜ੍ਹ ਰਿਹਾ, ਜਿਹੜਾ ਨਿਆਂ ਨਹੀਂ ਕਰ ਰਿਹਾ ਉਹ ਨਿਵਾਜ ਹੀ ਨਹੀਂ ਪੜ੍ਹ ਰਿਹਾ, ਭਾਵੇਂ ਉਹ ਕਿਰਿਆ ਕਰ ਰਿਹਾ। ਅਤੇ ਗੁਰੂ ਨਾਨਕ ਪਾਤਸ਼ਾਹ ਨੂੰ ਸੁਲਤਾਨਪੁਰ ਜਾ ਕੇ ਕਿਉਂ ਕਹਿਣਾ ਪਿਆ? ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਕਹਿੰਦੇ ਹੋ ਕਿ ਸਾਡੇ ਵਾਸਤੇ ਸਾਰੇ ਬਰਾਬਰ ਨੇ, ਆਓ ਸਾਡੇ ਨਾਲ ਨਮਾਜ਼ ਪੜ੍ਹੋ। ਫਿਰ ਚੱਲ ਕੇ ਸੁਲਤਾਨਪੁਰ ਦੀ ਮਸਜਿਦ ਦੇ ਅੰਦਰ ਬਾਬਾ ਨਾਨਕ ਜੀ ਉਸ ਵੇਲੇ ਤਤਕਾਲ ਹੀ ਚਲੇ ਗਏ ਵੀ ਚਲੋ ਨਮਾਜ਼ ਪੜ੍ਹਾਂਗੇ। ਪਰ ਉੱਥੇ ਨਮਾਜ਼ ਵਿੱਚ ਮੁਸਕਰਾਨਾ, ਬਾਅਦ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਣਾ ਵੀ ਤੁਸੀਂ ਸਾਡੇ ਨਮਾਜ਼ ਦੀ ਬੇਅਦਬੀ ਕੀਤੀ ਹੈ, ਸਾਡੇ ਨਮਾਜ਼ ਦਾ ਮਖੌਲ ਉਡਾਇਆ। ਮਹਾਰਾਜ ਕਹਿੰਦੇ ਨਹੀਂ, ਮੈਂ ਕਿਵੇਂ ਉਡਾ ਸਕਦਾ? ਕਹਿੰਦੇ ਫਿਰ ਨਮਾਜ਼ ਕਿਉਂ ਨਹੀਂ ਪੜ੍ਹੀ? ਮਹਾਰਾਜ ਕਹਿੰਦੇ ਕਿਸ ਦੇ ਨਾਲ ਪੜ੍ਹਦਾ? ਕਾਜੀ ਸਾਹਿਬ ਕਹਿੰਦੇ ਮੇਰੇ ਨਾਲ ਪੜ੍ਹਨੀ ਸੀ। ਗੁਰੂ ਸਾਹਿਬ ਕਹਿੰਦੇ ਤੁਸੀਂ ਤਾਂ ਇੱਥੇ ਹੈ ਹੀ ਨਹੀਂ ਸੀ, ਮੁਖ ਤੋਂ ਤਾਂ ਤੁਸੀਂ ਨਮਾਜ਼ ਦੇ ਵਚਨ ਬੋਲੇ ਸੀ, ਅੱਲਾਹੂ ਅਕਬਰ ਕਰ ਰਹੇ ਸੀ, ਪਰ ਰੀਅਲ ਦੇ ਵਿੱਚ ਤੁਸੀਂ ਇੱਥੇ ਨਹੀਂ ਸੀ। ਕਹਿੰਦੇ ਮੈਂ ਕਿੱਥੇ ਸੀ? ਕਹਿੰਦੇ ਤੇਰੇ ਘਰ ਵਿੱਚ ਨਾ ਉਹ ਜਿਹੜੀ ਇੱਕ ਘੋੜੀ ਹੈ ਉਹ ਸੂਈ ਹੈ, ਅਤੇ ਉਸਦਾ ਜਿਹੜਾ ਬੱਚਾ ਖੂਹ ਦੇ ਕੋਲ ਬੰਨਿਆ ਹੋਇਆ। ਤੇਰੇ ਮਨ ਦੇ ਵਿੱਚ ਇਹ ਚੱਲ ਰਿਹਾ ਸੀ ਵੀ ਕਿਤੇ ਉਹ ਖੂਹ 'ਚ ਨਾ ਡਿੱਗ ਜਾਏ, ਤੂੰ ਤਾਂ ਇੱਥੇ ਹੈ ਹੀ ਨਹੀਂ ਸੀ। ਇਹਨਾਂ ਚਿਰ ਦੇ ਵਿੱਚ ਦੌਲਤ ਖਾਂ ਕਹਿੰਦਾ ਵੀ ਕਾਜੀ ਸਾਹਿਬ ਜਦੋਂ ਗੈਰ ਹਾਜ਼ਰ ਸਨ, ਤੁਸੀਂ ਸਾਡੀ ਨਮਾਜ਼ ਦੀ ਮਖੌਲ ਉਡਾਈ। ਤੁਸੀਂ ਕਹਿੰਦੇ ਕਿਹਦੇ ਨਾਲ ਪੜ੍ਹਦਾ? ਮੇਰੇ ਨਾਲ ਪੜ੍ਹ ਲੈਣੀ ਸੀ। ਮਹਾਰਾਜ ਕਹਿੰਦਾ ਤੂੰ ਤਾਂ ਕਾਬਲ ਗੰਦਾਰ 'ਚ ਘੋੜੇ ਖਰੀਦ ਰਿਹਾ ਸੀ, ਅੱਖਰ ਤਾਂ ਇੱਥੇ ਪੜ੍ਹ ਰਿਹਾ ਸੀ, ਪਰ ਤੇਰਾ ਧਿਆਨ, ਤੇਰੀ ਸੁਰਤ ਕਾਬਲ ਗੰਦਾਰ ਘੋੜਿਆਂ 'ਚ ਫਸੀ ਹੋਈ ਸੀ, ਉੱਥੇ ਤੂੰ ਬਾਜ਼ਾਰ ਕਰਦਾ ਫਿਰਦਾ ਸੀ। ਕਈ ਵਾਰੀ ਗੁਰਦੁਆਰੇ ਬੈਠੀ ਸੰਗਤ ਹੁੰਦੀ ਹੈ ਨਾ, ਅਤੇ ਕਈ ਵਾਰੀ ਧਿਆਨ, ਮਾਫ਼ ਕਰਨਾ, ਵੀ ਸਾਡਾ ਗੁਰਦੁਆਰੇ ਬੈਠੇ ਅਤੇ ਧਿਆਨ ਪ੍ਰਸਾਦੇ ਹੁੰਦਾ ਵੀ ਪ੍ਰਸਾਦਾ ਜਾ ਕੇ ਪਕਾਉਣਾ। ਕਈਆਂ ਦਾ ਜੋੜਿਆਂ 'ਚ ਹੁੰਦਾ ਵੀ ਜੋੜੇ ਲਾ ਕੇ ਆ ਕੇ ਜਮ੍ਹਾਂ ਨਹੀਂ ਕਰਾਇਆ, ਕੋਈ ਚੱਕੇ ਹੀ ਨਾ ਲੈ ਜਾਏ। ਬੈਠੇ ਕਥਾ ਵਿੱਚ, ਇੱਥੇ ਬੈਠੇ ਕੀਰਤਨ ਵਿੱਚ, ਪੂਰਾ ਧਿਆਨ ਉੱਥੇ ਹੀ ਹੈ ਸੁਰ, ਵੀ ਕੋਈ ਜੋੜੇ ਚੱਕੇ ਨਾ ਲੈ ਜਾਏ। ਜਾਂ ਫਿਰ ਜੋ ਘਰ ਦਾ ਪ੍ਰਸਾਦਾ ਚੇਤੇ ਆ ਰਿਹਾ ਪ੍ਰਸਾਦਾ ਪਕਾਉਣਾ ਸੀ। ਤਾਂ ਹੀ ਤਾਂ ਕਬੀਰ ਸਾਹਿਬ ਜੀ ਨੂੰ ਕਹਿਣਾ ਪਿਆ ਕਬੀਰ ਏਕ ਘਰੀ ਆਧੀ ਘਰੀ, ਆਧੀ ਹੂੰ ਤੇ ਆਦ ਭਗਤਨ ਸੇਤੀ ਕੋਸ਼ਟੇ, ਜੋ ਕਿਨੂੰ ਸੁਲਭ ਸੁਰਤ ਕਰਕੇ ਕਰੀ। ਸੁਰਤ ਇੱਥੇ ਹੈ ਨਹੀਂ ਅਤੇ ਬੈਠੇ ਘੰਟਾ ਇੱਥੇ, ਸੁਰਤ 1 ਮਿੰਟ ਨਹੀਂ ਟਿਕੀ, ਅਤੇ ਉਹ ਲਿਖੀ ਨਹੀਂ ਜਾਣੀ। ਜਿਵੇਂ ਕਬੀਰ ਸਾਹਿਬ ਇੱਥੇ ਕਹਿੰਦੇ ਨਿਵਾਜ ਸੋਏ ਜੋ ਨਿਆਂ ਵਿਚਾਰ ਹੈ, ਨਿਵਾਜੀ ਉਹ ਹੈ ਜਿਹੜਾ ਕਹਿੰਦੇ ਨਿਆਂ ਕਰਦਾ ਹੈ, ਅਤੇ ਉਸਦੀ ਨਵਾਜ਼ ਲਿਖੀ ਜਾਂਦੀ। ਸਮਝ ਲਓ ਉਹ ਨਵਾਜ਼ ਪੜ੍ਹ ਰਿਹਾ ਸੱਚੀ ਮੁੱਚੀ, ਕਲਮਾ ਅਕਲ ਜਾਣੈ। ਅਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਨਾ, ਤਾਂ ਸਮਝ ਲਓ ਕਿ ਉਹ ਕਲਮਾ ਪੜ੍ਹ ਰਿਹਾ। ਗੁਰੂ ਸਾਹਿਬ ਨੇ ਸਾਨੂੰ ਅਕਲ ਦੇ ਵਾਸਤੇ ਕਿਹਾ ਕਿ ਅਕਲੀ ਸਾਹਿਬ ਸੇਵੀਏ, ਅਕਲੀ ਕੀਚੈ ਦਾਨ, ਅਕਲੀ ਪੜ੍ਹ ਕੇ ਬੁਝੀਏ, ਅਕਲੀ ਪਾਈਏ ਮਾਨ। ਸਿੱਖ ਨੇ ਅਕਲ ਨਾਲ ਕੰਮ ਕਰਨੇ, ਅਤੇ ਅਕਲ ਦੇ ਨਾਲ ਜੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣਦਾ, ਰੱਬ ਨੂੰ ਅਕਲ ਨਾਲ ਪਛਾਣਦਾ ਹੈ,
क्योंकि साडी जिहड़ी मत है वो मत दे विचों रब दा अनुभव आना है। साडी अकल दे विचों ये गल प्रगट होनी चाहिए भी तू साडे दिल विच है। साडी मत कवे वाहिगुरू तू साडे नाल है, साडी मत तां कह नहीं रही, मत दे अंदर ते गल चल ही नहीं रही। तो भगत कबीर साहब कहते फिर जे तू अकल दे नाल रब नूं पहचानदा नहीं ना तो कलमा नहीं पढ़ रहा। कलमा वही पढ़ रहा समझो इसने कलमा अकलै जाना। जे रब नूं अकल नाल पहचानदा तो कलमा आख रहे हैं पढ़ रहे हैं। तो फिर कहन लगे कहते पांचो मुसल्ला बिछावे तब तो दीन पछाने। पांचों का अर्थ है काम आदिक पंज बली विकारां नूं जो अपने वस विच करदा है। क्योंकि जिहड़ा पंज वक्त का निवाजी है ना वो पहला मुसल्ला बिछांदा है। सिर्फ कोई कर्म कांड नहीं सी भी जिथे बहना उत्थे एक कपड़ा बिछा के तसल्ली नाल नमाज पढ़नी, थल्लों कोई रोड़ ना चुभे, कोई होर चीज़ मिट्टी घट्टा उस तो बचन वास्ते सी मुसल्ला। केवल कोई कर्म कांड नहीं सी। आओ कि साफ सुची थां ते मुसल्ला बिछा के उपर बैठना। इस तरह ही कबीर साहब कहते काम आदिक जिहड़े पंज बली ने इन्हों अपने वस विच जिहड़ा करदा है तो मानो वो मुसल्ला बिछा रहा है। तो जे पंज विकारां नूं वस विच नहीं कीता तो मुसल्ला कोई नहीं बिछाया, उन्होंने भुलेखा भी मुसल्ला बिछा के मैं नमाज पढ़ी है। तब तो दीन पछाणना है कहते ता मजहब नूं वो पहचानदा है। फिर कहन लगे खसम पछान तरस कर जी मैं मार मनी कर फेकी। आखन लगे हे काजी मालक प्रभु नूं पछाण, अपने हिरदे विच प्यार वसा रब दा। आप करना जे रब दा अंदर प्यार नहीं वसिया तो संसार नूं असी प्यार नहीं कर सकते। क्योंकि जो हर का प्यारा सो सबना का प्यारा बन सकता है। आप सवारे मैं मिला मैं मिलिया सुख होए फरीदा जे तू मेरा होए रहे सब जग तेरा होए। रब दा मिल बनना है तो रब दा बनन वास्ते किस कहते प्यार पैदा कर रब दा। उसके प्यार तो बिना उसका कोई नहीं बन सकता। दसवें पातशाह कहते साच कहूँ सुन लेहो सवै जिन प्रेम कियो तिन ही प्रभ पाए। जिन्होंने प्रेम किया वाहिगुरू जी ने उन्होंने प्राप्त किया। तो नाल कहन लगे कहते ने तरस कर जी मैं, आओ कि लोगों के उत्ते तरस कर, अपने हिरदे विच प्यार पैदा कर, तरस पैदा कर। जी का अर्थ है जिंद दे, इत्थे जी का अर्थ दूजे जियां वास्ते नहीं, अपने अंदर तरस। ऐसे तरस का अर्थ विद्वानों ने प्यार किया है भी अपने अंदर अपने हिरदे विच अपने जी विच उहदा प्यार पैदा कर, अपने आप ते तरस कर। आप किसी को दुखी देखते ना तरस करते हैं, पर हैरानी की गल अपना जीवन दुखों नाल भरिया होया असीं अपने जीवन के उत्ते तरस नहीं करते। असीं कहते उसकी हालत बड़ी तरसयोग है। वो अपने अंदर देख तू विकारां करके तपिया होया है, तेरी हालत भी बड़ी तरसयोग है। दूजा नूं कही जाता भी बड़ा तरस आउंदा देख के, अपने उत्ते भी तरस कर लिया कर कदी। तो कहन लगे जदों तू अपने अंदर तरस करेगा ना तो मार मणी कर फीकी। मणी का अर्थ होंदा है अहंकार। कबीर साहब कहन लगे भी एक काम कर भी अहंकार नूं माड़ा जान के दूर कर, आओ कि इस मणी नूं फिक्की जान के मार दे। भी ये अहंकार रूपी जिहड़ी मनी है फिक्की है, अपने जीवन चों अहंकार नूं दूर कर दे, पासे कर दे, अहंकार नूं मार लै। फिर कहन लगे आप जनाए अबर को जाने। कहन लगे जदों मनुख अपने आप नूं समझा के दूजा नूं, गुरमत का सिद्धांत दूजा नूं जनाना नहीं, इत्थे तो आप सवारे मैं मिला है। इत्थे तो सिद्धांत है पृथ्वी मन प्रबोधे अपना पाछे अवर रिझावे। पहला अपने आप नूं समझाना है, अपने मन नूं दसना है, अपने मन नाल गल्लां करनियां। लोड़ है सानू अपने आप नूं समझाण दी, क्योंकि सब संसार समझ सकता, अपना आप ही नहीं समझदा। सारे संसार नूं जित सकते, अपना आप ही नहीं जितया जाता। ताई महाराज कहते मन जीतै जग जीत, आत्म जिणै सगल वसताकै जाका सतगुर पूरा। इन्हां दा सतगुर पूरा, वो अपना आप जित लैंदे, सारा संसार बस आ जाता। इहदा अर्थ किसी नूं नहीं जितना, अपने आप नूं जितना है।
ਤੇ ਕਬੀਰ ਸਾਹਿਬ ਕਹਿੰਦੇ ਜਿਹੜਾ ਆਪ ਜਨਾਏ ਅਵਰ ਕੋ ਜਾਣੈ, ਜਿਹੜਾ ਆਪਣਾ ਆਪਾ ਭਾਵ ਨੂੰ ਸਮਝ ਕੇ ਆਪਣੇ ਆਪ ਨੂੰ ਜਨਾ ਕੇ ਕੀ ਕਰਨਾ ਹੈ, ਦੂਜਿਆਂ ਨੂੰ ਆਪਣੇ ਵਰਗਾ ਸਮਝਦਾ ਹੈ। ਪਹਿਲਾਂ ਆਪਣੇ ਆਪ ਨੂੰ ਸਮਝਾਉਂਦਾ ਹੈ, ਜਦੋਂ ਸਮਝ ਜਾਂਦਾ ਹੈ ਫਿਰ ਦੂਜਿਆਂ ਨੂੰ ਸਮਝਦਾ ਵੀ ਮੇਰੇ ਵਰਗੇ ਨੇ। ਅਸੀਂ ਪਾਠ ਕਰਦੇ ਹਾਂ, ਦੂਜੇ ਨੂੰ ਇਹ ਥੋੜ੍ਹੇ ਉਹ ਵੀ ਪਾਠ ਕਰਦਾ। ਅਸੀਂ ਸੇਵਾ ਕਰਦੇ ਦੂਜੇ ਨੂੰ, ਤੁਸੀਂ ਤਾਂ ਸੇਵਾ ਹੀ ਨਹੀਂ ਕਰਦੇ, ਤੁਹਾਡਾ ਤਾਂ ਸਿਮਰਨ ਹੀ ਕੋਈ ਨਹੀਂ, ਤੁਹਾਡਾ ਤਾਂ ਧਰਮ ਕਰਮ ਕੋਈ ਨਹੀਂ। ਜੇ ਅਸੀਂ ਧਰਮ ਕਰਮ ਕਰਕੇ ਆਪਣੇ ਜੀਵਨ ਨੂੰ ਸਵਾਲ ਲਈਏ ਨਾ, ਫਿਰ ਸਾਡੀ ਨਜ਼ਰ ਵਿੱਚ ਦੂਜੇ ਧਰਮ ਹੀ ਆਉਣੇ ਚਾਹੀਦੇ। ਪਰ ਸਾਡੀ ਨਜ਼ਰ 'ਚ ਧਰਮ ਕਰਮ ਕਰਨ ਤੋਂ ਬਾਅਦ ਵੀ ਦੂਜਾ ਧਰਮ ਹੀ ਸਾਨੂੰ ਨਜ਼ਰ ਨਹੀਂ ਆਉਂਦਾ। ਦੂਜੇ ਲੱਗਦੇ ਤੁਸੀਂ ਤਾਂ ਪਾਠ ਹੀ ਨਹੀਂ ਕਰਦੇ। ਸਾਡੇ ਘਰਾਂ 'ਚ ਲੜਾਈਆਂ ਕਿਉਂ ਬਹੁਤਿਆਂ ਦੇ? ਜੇ ਪਤਨੀ ਗੁਰਦੁਆਰੇ ਜਾਂਦੀ ਹੈ, ਪਤੀ ਕਹਿੰਦੇ ਕੀ ਕਰਨਾ ਗੁਰਦੁਆਰੇ ਜਾ ਕੇ, ਪਤਨੀ ਕਹਿੰਦੀ ਤੁਸੀਂ ਤਾਂ ਨਾਸਤਿਕ ਹੋ। ਜੇ ਪਤੀ ਗੁਰਦੁਆਰੇ ਜਾਂਦਾ ਤਾਂ ਪਤਨੀ ਨੂੰ ਕਹਿੰਦਾ ਤੂੰ ਨਾਸਤਿਕ ਹੈ, ਤੂੰ ਪਾਠ ਨਹੀਂ ਕਰਦੀ, ਤੂੰ ਪੂਜਾ ਨਹੀਂ ਕਰਦੀ, ਤੂੰ ਗੁਰਦੁਆਰੇ ਨਹੀਂ ਆਉਂਦੀ। ਲੜਾਈਆਂ ਗੱਲਾਂ ਦੀਆਂ, ਇੱਕ ਦੂਜੇ ਨੂੰ ਨਾਸਤਿਕ ਕਹੀ ਜਾਣਾ, ਆਪਣੇ ਆਪ ਨੂੰ ਬਹੁਤ ਧਰਮੀ ਸਮਝਣਾ। ਕਬੀਰ ਸਾਹਿਬ ਕਹਿੰਦੇ ਪਹਿਲਾਂ ਆਪਣੇ ਆਪ ਨੂੰ ਧਰਮੀ ਬਣਾ, ਆਪਣੇ ਆਪ ਨੂੰ ਪਹਿਚਾਣ, ਆਪਣੇ ਆਪ ਨੂੰ ਸਮਝਾ, ਆਪਣੇ ਆਪ ਨੂੰ ਸਮਝਾ ਕੇ ਫਿਰ ਸਮਝ ਦੂਜੇ ਮੇਰੇ ਵਰਗੇ ਨੇ। ਪਰ ਸਾਡੀ ਹਾਲਤ ਜਿਹੜੀ ਹੈ ਨਾ ਕੁਝ ਹੋਰ ਹੀ ਬਣੀ ਪਈ ਹੈ। ਆਪਣਾ ਆਪ ਸਮਝਾਉਣਾ ਨਹੀਂ ਅਤੇ ਦੂਜੇ ਨੂੰ ਸਮਝਾਈ ਜਾਣਾ, ਫਿਰ ਦੂਜੇ ਨੂੰ ਆਪਣੇ ਵਰਗਾ ਨਹੀਂ ਸਮਝਣਾ। ਸਾਡੀ ਹਾਲਤ ਤਾਂ ਐਸੀ ਹੈ, ਕਹਿੰਦੇ ਆਪਨ ਕੋ ਦੀਰਘ ਕਰ ਮਾਨੈ ਔਰਨ ਕੋ ਲਗਮਾਤ। ਗੁਰੂ ਸਾਹਿਬ ਕਹਿੰਦੇ ਆਪਣੇ ਆਪ ਨੂੰ ਤੂੰ ਦੀਰਘ ਮਾਤਰਾ ਅੱਖਰ ਸਮਝਣਾ। ਜਿਵੇਂ ਆਪਾਂ ਕਹਿੰਦੇ ਲਗਾ ਮਾਤਰਾ, ਦੀਰਘ ਅੱਖਰਾਂ ਦੇ ਨਾਲ ਲਗਾ ਮਾਤਰਾ ਲੱਗ ਕੇ ਅੱਖਰ ਬਣਦੇ। ਲਗਾ ਮਾਤਰਾ ਦੀ ਵੈਲਿਊ ਨਹੀਂ, ਕਿਉਂਕਿ ਕੋਈ ਵੀ ਦੀਰਘ ਅੱਖਰ ਨਹੀਂ ਹੋਏਗਾ, ਵੱਡਾ ਅੱਖਰ ਨਹੀਂ ਹੋਏਗਾ, ਅਤੇ ਲਗਾ ਮਾਤਰਾ ਇਕੱਲੇ ਕੋਈ ਅੱਖਰ ਨੂੰ ਜਨਮ ਨਹੀਂ ਦੇ ਸਕਦੀ। ਜਿਹੜਾ ਮੁਕਤਾ ਕੰਨਾ ਸਿਆਰੀ ਵਿਆਰੀ ਔਂਕੜ ਦੁਲੰਕੜ ਲਾਂ ਦੁਲਾ ਹੋੜਾ ਕਨੋੜਾ ਟਿੱਪੀ ਬਿੰਦੀ ਅੱਧਕ, ਇਹ ਨੇ ਲਗਾ ਮਾਤਰਾ। ਇਹ ਲਗਾ ਮਾਤਰਾ ਇਕੱਲੀਆਂ ਕਿਸੇ ਅੱਖਰ ਨੂੰ ਜਨਮ ਨਹੀਂ ਦੇ ਸਕਦੀਆਂ। ਉਹਨਾਂ ਦੇ ਨਾਲ ਜਿਹੜੇ ਨੇ ਦੂਜੇ ਅੱਖਰ ਲੱਗਦੇ, ਮੁਕਤੇ ਅੱਖਰ ਲੱਗਦੇ, ਮੁਕਤੇ ਅੱਖਰ ਮਿਲ ਕੇ ਅੱਖਰ ਬਣ ਸਕਦੇ। ਅਕਲ ਐੜਾ ਕੱਕਾ ਲੱਲਾ ਕਿਸੇ ਮਾਤਰਾ ਦੀ ਜ਼ਰੂਰਤ ਨਹੀਂ ਪਈ। ਤੇ ਮਹਾਰਾਜ ਕਹਿੰਦੇ ਨੇ ਆਪਨ ਕੋ ਦੀਰਘ ਕਰ ਜਾਣਾ, ਆਪਣੇ ਆਪ ਨੂੰ ਤੂੰ ਵੱਡਾ ਸਮਝੀ ਬੈਠਾ। ਔਰਨ ਕੋ ਲਗਮਾਤ, ਆਪਣੇ ਨੂੰ ਕਹਿੰਦਾ ਮੇਰੇ ਵਰਗਾ ਕੋਈ ਹੈ ਨਹੀਂ, ਦੂਜਿਆਂ ਨੂੰ ਲਗਾ ਮਾਤਰਾ ਸਮਝੀ ਜਾਂਦਾ। ਮਹਾਰਾਜ ਕਹਿੰਦੇ ਨਹੀਂ ਭਾਈ, ਪਹਿਲਾਂ ਆਪਣੇ ਆਪ ਨੂੰ ਪਹਿਚਾਣ ਅਤੇ ਦੂਜਿਆਂ ਨੂੰ ਆਪਣੇ ਵਰਗਾ ਸਮਝ ਵੀ ਉਹ ਤੇਰੇ ਵਰਗੇ ਨੇ। ਤਬ ਹੋਏ ਪਿਸਤ ਸਰੀ ਕੀ, ਤਾਂ ਪਿਸਤ ਦਾ ਭਾਈਵਾਲ ਬਣੇਗਾ ਤੂੰ। ਸਵਰਗ ਕਿੱਥੇ? ਮੈਂ ਬੇਨਤੀ ਕੀਤੀ ਵੀ ਸਵਰਗ ਸਵੈਮ ਵਰਗਾ ਵਰਗ। ਸਵੈਮ ਵਰਗਾ ਵਰਗ ਉਦੋਂ ਬਣਨਾ ਸਾਡੇ ਘਰ 'ਚ ਜਦੋਂ ਕਿ ਮੈਂ ਸਾਰਿਆਂ ਨੂੰ ਆਪਣੇ ਵਰਗੇ ਸਮਝਾਂਗਾ। ਸਾਡੇ ਘਰ 'ਚ ਲੜਾਈ ਕਦੋਂ, ਕਲੇਸ਼ ਕਦੋਂ, ਨਰਕ ਕਦੋਂ? ਜਦੋਂ ਅਸੀਂ ਆਪਣੇ ਵਰਗੇ ਦੂਜੇ ਨੂੰ ਨਹੀਂ ਸਮਝਦੇ ਵੀ ਤੁਸੀਂ ਸਾਡੇ ਵਰਗੇ ਨਹੀਂ, ਸਾਡੇ ਵਰਗੇ ਬਣੋ। ਅਤੇ ਆਪਣੇ ਆਪ ਨੂੰ ਸਮਝਾ ਕੇ ਦੂਜੇ ਨੂੰ ਆਪਣੇ ਵਰਗਾ ਹੀ ਸਮਝਣਾ, ਫਿਰ ਘਰ 'ਚ ਸਵਰਗ ਆਉਣਾ, ਫਿਰ ਨਰਕ ਨਹੀਂ ਰਹਿਣਾ, ਫਿਰ ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਕਿਉਂਕਿ ਦੂਜੇ ਨੂੰ ਆਪਣੇ ਵਰਗਾ ਸਮਝ ਲਿਆ। ਜਦੋਂ ਆਪਣੇ ਨੂੰ ਸਿਆਣਾ ਸਮਝਦੇ, ਝਗੜਾ ਉੱਥੇ ਹੀ ਪੈਦਾ ਹੁੰਦਾ ਵੀ ਮੈਂ ਸਿਆਣਾ ਸਭ ਤੋਂ। ਦੂਜਿਆਂ ਨੂੰ ਅਸੀਂ ਐਵੇਂ ਸਮਝਦੇ, ਘਰ ਦੇ ਜੀਆਂ ਨੂੰ ਨਹੀਂ। ਗੁਰੂ ਸਾਹਿਬ ਕਹਿੰਦੇ, ਭਗਤ ਕਬੀਰ ਸਾਹਿਬ ਕਹਿੰਦੇ ਕਿ ਇਹ ਜੀਵਨ ਕਰਤਾਰ ਬਣਾ। ਫਿਰ ਕਹਿਣ ਲੱਗੇ ਮਾਟੀ ਏਕ ਭੇਗ ਧਰ ਨਾਨਾ, ਤਾਂ ਮੈਂ ਬ੍ਰਹਮ ਪਛਾਣਾ। ਆਖਣ ਲੱਗੇ ਮਿੱਟੀ ਇੱਕੋ ਹੀ ਹੈ, ਪ੍ਰਭੂ ਨੇ ਇਸਦੇ ਅਨੇਕਾਂ ਵੇਸ ਧਾਰੇ ਹੋਏ ਨੇ, ਮਿੱਟੀ ਇੱਕੋ ਹੀ ਹੈ। ਤਾਂ ਹੀ ਮਹਾਰਾਜ ਕਹਿੰਦੇ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਮਨੁੱਖ ਦੀ ਹਾਲਤ ਇਹੀ ਹੈ, ਕਿਉਂਕਿ ਅਸੀਂ ਮਿੱਟੀ ਦੇ ਪੁਤਲੇ ਹਾਂ। ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ। ਬੰਦਾ ਨਾਮ ਹੀ ਤਾਂ ਰੱਖਦਾ, ਹੈ ਤਾਂ ਮਿੱਟੀ ਦੇ ਭਾਂਡੇ ਆ ਨਾ। ਸੀ ਸਾਨੂੰ ਕਹਿ ਦਿੱਤਾ ਵੀ ਮਨੁੱਖ ਹੈ। ਮਾਟੀ ਏਕ ਭੇਗ ਧਰ ਨਾਨਾ, ਵਾਹਿਗੁਰੂ ਜੀ ਨੇ, ਪ੍ਰਭੂ ਨੇ ਇੱਕੋ ਮਿੱਟੀ ਦੇ ਅਨੇਕਾਂ ਵੇਸ ਧਾਰਨ ਕੀਤੇ ਹੋਏ ਨੇ। ਅਤੇ ਤਾਂ ਮੈਂ ਬ੍ਰਹਮ ਪਛਾਣਾ। ਅਸਲ ਮੋਮਨ ਉਹ ਨੇ ਇਹਨਾਂ ਵੇਸਾਂ ਵਿੱਚ ਜਿਹੜਾ ਰੱਬ ਨੂੰ ਪਹਿਚਾਣਦਾ। ਕਬੀਰ ਸਾਹਿਬ ਕਹਿੰਦੇ ਤੂੰ ਕਾਜੀ ਤਾਂ, ਮੋਮਨ ਤਾਂ, ਜੇ ਸਾਰਿਆਂ ਦੇ ਵਿੱਚ ਤੂੰ ਰੱਬ ਨੂੰ ਸਮਝਦਾ ਵੀ ਸਾਰਿਆਂ 'ਚ ਰੱਬ ਹੈ, ਉਸ ਦੇ ਭੇਖ ਨੇ। ਇੱਕ ਨੂੰ ਤੂੰ ਕਾਫਰ ਕਹੀ ਜਾਂਦਾ, ਉਹ ਕਾਫਰ ਨਹੀਂ ਹਨ। ਕਬੀਰ ਸਾਹਿਬ ਕਹਿੰਦੇ ਨੇ ਉਹ ਵੀ ਰੱਬ ਦੇ ਬੰਦੇ ਹਨ। ਤੂੰ ਅਸਲ ਵਿੱਚ ਦੂਜੇ ਭੇਖਾਂ ਦੇ ਵਿੱਚ ਵੀ ਸਮਝ ਕੇ ਇਹ ਰੱਬ ਨੂੰ ਪਹਿਚਾਣ ਵੀ ਇਸ ਦੇ ਵਿੱਚ ਵੀ ਅੱਲਾਹ ਤਾਲਾ, ਇਸ ਦੇ ਵਿੱਚ ਵੀ ਰੱਬ, ਇਸ ਦੇ ਵਿੱਚ ਵੀ ਰੱਬ ਹੈ। ਅਸੀਂ ਦੂਜੇ ਨੂੰ ਆਪਣੇ ਧਰਮ 'ਚ ਕਿਉਂ ਉਦੋਂ ਲੈ ਕੇ ਆਵਾਂਗੇ ਜਦੋਂ ਅਸੀਂ ਉਹਨੂੰ ਸਮਝਾਂਗੇ ਵੀ ਇਸ ਦੇ ਵਿੱਚ ਰੱਬ ਨਹੀਂ ਹੈ ਜਾਂ ਸਾਡਾ ਰੱਬ ਵੱਡਾ ਹੈ।
ਗੁਰਮਤਿ ਕਹਿੰਦੀ ਰੱਬ ਇੱਕੋ ਸਮਾਨ ਹੈ। ਸਾਰੇ ਸੰਸਾਰ ਕਾਇਨਾਤ ਦੇ ਵਿੱਚ ਸਾਰੇ ਜੀਵਾਂ 'ਚ ਰੱਬ ਬੈਠਾ ਹੋਇਆ। ਇਸ ਕਰਕੇ ਕਹਿੰਦੇ ਤੂੰ ਸਾਰੇ ਜੀਵਾਂ ਦੇ ਵਿੱਚ ਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਹਿਚਾਣ ਵੀ ਸਾਰੇ ਭੇਖਾਂ ਵਿੱਚ ਰੱਬ ਜੀ ਬੈਠੇ ਹੋਏ ਨੇ। ਬ੍ਰਹਮ ਨੂੰ ਪਛਾਣ ਕਹਿ ਕਬੀਰਾ ਪਿਹਤ ਛੋੜ ਕਰ ਦੋਜਕ ਸੋ ਮਨ ਮਾਨਾ, ਕਬੀਰ ਸਾਹਿਬ ਆਖਦੇ ਹਨ। ਪਰ ਹੈਰਾਨੀ ਦੀ ਗੱਲ ਕਹਿੰਦੇ ਇਹੀ ਪਿਹਤ ਦਾ ਰਾਹ ਹੈ, ਪਰ ਤੂੰ ਇਹ ਕੀ ਕਰ ਰਿਹਾ ਹੈ? ਦੂਜਿਆਂ ਨੂੰ ਦੇ ਉੱਤੇ ਜ਼ੋਰ ਧੱਕਾ ਕਰਕੇ ਨਾ ਪਿਹਤ ਦਾ ਰਸਤਾ ਛੱਡ ਕੇ ਤੇ ਦੋਜਕ ਵਾਲੇ ਪਾਸੇ ਜੁੜੀ ਬੈਠਾ ਹੈ। ਦੋਜਕ ਦੇ ਨਾਲ ਮਨ ਨੂੰ ਜੋੜੀ ਬੈਠਾ ਕਿ ਦੂਜਿਆਂ ਨੂੰ ਤੂੰ ਸਮਝਣਾ ਵੀ ਨੀਵੀਂ ਜਾਤ ਨੇ, ਇਹ ਤਾਂ ਦੂਜੇ ਨਾ ਕਾਫਰ ਨੇ। ਉਹਨਾਂ ਦੇ ਉੱਤੇ ਜ਼ੋਰ ਕਰ ਰਿਹਾ, ਧੱਕਾ ਕਰ ਰਿਹਾ, ਜ਼ੁਲਮ ਕਰ ਰਿਹਾ ਤੇ ਇਹ ਪਿਹਤ ਦਾ ਰਸਤਾ ਛੱਡ ਰਿਹਾ। ਧੱਕਾ ਕਰਨਾ ਹੀ ਦੋਜਕ 'ਚ ਲੈ ਜਾਣ ਵਾਲੀ ਗੱਲ ਹੈ। ਕਿਸੇ ਦੇ ਉੱਤੇ ਉਹਨੂੰ ਰੱਬ ਦਾ ਰੂਪ ਜਾਣ ਕੇ ਮਾਫ਼ ਕਰ ਦੇਣਾ, ਸਮਝ ਲੈ ਤੂੰ ਫਿਰ ਪਿਹਤ ਦਾ ਸਵਰਗ ਦਾ ਰਾਹ ਤੂੰ ਲੱਭ ਲਿਆ, ਤੈਨੂੰ ਸਵਰਗ ਦੀ ਪ੍ਰਾਪਤੀ ਹੋ ਜਾਵੇਗੀ। ਜਦੋਂ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ ਨਾ, ਸਾਰਿਆਂ ਨੂੰ ਗਲਵੱਕੜੀ ਵਿੱਚ ਲਵਾਂਗੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਪਣੀ ਗਲਵੱਕੜੀ 'ਚ ਲਿਆ। ਉਹਨਾਂ ਨੇ ਕਿਹਾ ਵੀ ਤੂੰ ਕਰਮ ਕਾਂਡੀ ਹੈ, ਤੂੰ ਫਲਾਣਾ ਹੈ, ਤੂੰ ਕਾਜੀ ਹੈ, ਤੂੰ ਮੁੱਲਾ ਹੈ, ਤੂੰ ਪੰਡਤ ਹੈ, ਤੂੰ ਫਲਾਣਾ ਹੈ, ਤੂੰ ਨੀਵੀਂ ਜਾਤ ਦਾ, ਤੂੰ ਉੱਚੀ ਜਾਤ ਦਾ। ਬਾਬਾ ਨਾਨਕ ਕਹਿੰਦੇ ਨਹੀਂ, ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਓ। ਸਤਿਗੁਰੂ ਦੀ ਤਾਂ ਕੁਆਲਿਟੀ ਇਹ ਹੈ ਕਿ ਸਾਰਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ। ਅਤੇ ਸਿੱਖ ਦੀ ਵੀ ਕੁਆਲਿਟੀ ਇਹੀ ਹੈ, ਕਿਉਂਕਿ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਪਰਮਾਤਮਾ ਵਿੱਚ ਸਿੱਖ ਵਿੱਚ ਅਤੇ ਗੁਰੂ 'ਚ ਕੋਈ ਅੰਤਰ ਨਹੀਂ। ਅਤੇ ਜੇ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਨਾਲ ਮਿਲਾਉਣਾ ਚਾਹੁੰਦੇ ਹੈ ਤਾਂ ਅਸੀਂ ਵੀ ਸਾਰਿਆਂ ਨੂੰ ਆਪਣੀ ਗਲਵੱਕੜੀ 'ਚ ਲੈ ਲਈਏ, ਤਾਂ ਹੀ ਸਿੱਖ ਆ ਨਾ। ਅਤੇ ਜੇ ਅਸੀਂ ਵੀ ਨਫ਼ਰਤ ਰੱਖੀਏ ਵੀ ਤੂੰ ਤਾਂ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਫਲਾਣਾ ਹੈ, ਤੂੰ ਨਹੀਂ। ਆਪਾਂ ਸਾਰਿਆਂ ਨੂੰ ਗਲਵੱਕੜੀ ਵਿੱਚ ਲੈਣਾ, ਸਾਰਿਆਂ ਨੂੰ ਪਿਆਰ ਕਰਨਾ। ਸਾਡੇ ਵਾਸਤੇ ਸਾਰੇ ਰੱਬ ਦੇ ਬੰਦੇ ਹੈ, ਸਾਰੇ ਸਤਿਕਾਰਯੋਗ ਨੇ। ਜਦੋਂ ਅਸੀਂ ਸਾਰਿਆਂ ਨੂੰ ਪਿਆਰ ਕਰਾਂਗੇ ਨਾ ਫਿਰ ਗੱਲ ਬਣੇਗੀ। ਫਿਰ ਅਸੀਂ ਜੋ ਸਮਝ ਲਓ ਕਿ ਸੱਚੀ ਮੁੱਚੀ ਸਵਰਗ ਦੇ ਹੱਕਦਾਰ ਹੋਵਾਂਗੇ। ਨਹੀਂ ਤਾਂ ਨਫ਼ਰਤ ਵਿੱਚ ਤਾਂ ਨਰਕ ਹੀ ਨਰਕ ਹੈ, ਪਿਆਰ ਦੇ ਵਿੱਚ ਸਵਰਗ ਹੈ। ਇਹ ਕਹਿਣਾ ਚਾਹੁੰਦੇ ਕਬੀਰ ਸਾਹਿਬ ਇਹਨਾਂ ਬੋਲਾਂ ਦੇ ਰਾਹੀਂ। ਗੁਰੂ ਕਿਰਪਾ ਕਰੇ ਸਾਡੇ ਅੰਦਰ ਸੱਚਾ ਪਿਆਰ ਪੈਦਾ ਹੋਵੇ, ਤਾਂ ਕਿ ਅਸੀਂ ਗੁਰੂ ਕੀ ਗੱਲ ਨੂੰ ਆਪਣੇ ਜੀਵਨ 'ਚ ਵਸਾ ਕੇ ਆਪਣੇ ਇਸ ਹਿਰਦੇ ਨੂੰ ਰੱਬ ਦਾ ਘਰ ਬਣਾ ਲਈਏ। ਰੱਬ ਦਾ ਇੱਥੇ ਨਿਵਾਸ ਹੋਵੇ, ਅਤੇ ਜਦੋਂ ਰੱਬ ਦਾ ਨਿਵਾਸ ਇੱਥੇ ਹੋਵੇਗਾ ਫਿਰ ਸਭ ਦੇ ਵਿੱਚ ਸਾਨੂੰ ਰੱਬ ਦਾ ਨਿਵਾਸ ਨਜ਼ਰ ਆਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।